सत श्री अकाल दोस्तों, तुसीं वेख रहे हो डोर स्टैप एजुकेशन पॉइंट। उम्मीद करदा तुसीं सारे वधिया होवोगे। सो दोस्तों, अज दी अपनी जिहड़ी वीडियो है ये वीडियो नंबर 2 है, जिथे आपां पंजाबी पैडागोजी दे कुछ जिहड़े इंपॉर्टेंट जिहड़े प्रश्न होणगे उन्हां नूं डिस्कस करांगे, जिहड़े कि तुहाडे एग्जाम पॉइंट ऑफ व्यू तो वैसे तो आपां सीटैट नूं ध्यान दे विच रखदे होया इन्हां वीडियोज़ नूं बना रहे हैं, बट जेकर तुसीं पीएस टैट दी भी प्रिपरेशन कर रहे हो तो इन्हां वीडियोज़ नूं चंगी तरह समझदे हो तो जिहड़ी तुहाडी अंडरस्टैंडिंग होएगी वो उन्हां पेपरां लई भी डेवलप होएगी। सो दोस्तों, मैं तुहानूं यही कहूँगा कि वीडियो दे एंड तक बने रहो, जिवें कि तुसीं थंबनेल ते वेख ही सकदे हो फॉर पेपर 1 एंड 2। इहदा मतलब यह कि तुसीं भावें लैंगुएज दे 1 दे विच कर रहे हो या फिर लैंगुएज 2 दे विच कर रहे हो, या फिर तुसीं जिहड़ा पेपर 1 हुंदा है जिहदे विच ईवीएस ते मैथ हुंदा है, या फिर पेपर 2 जिहदे विच भावें तुसीं मैथ साइंस दे विद्यार्थी होवो या फिर तुसीं एसएसटी दे विद्यार्थी होवो, तुहाडे दोवां लई ही जिहड़ी इह वीडियो है वो हैल्पफुल होने वाली है। सो शुरू करते हैं अज दी अपनी वीडियो नूं ते अपना जिहड़ा टारगेट है वो 135 दा है। मैं कोशिश तो तुहानूं करूंगा कि तुहानूं अंग्रेजी पैडागोजी प्लस हिंदी जिहड़ी पैडागोजी है भी ओहदे भी जिहड़े तुहानूं प्रीवियस ईयर हैगे ने ਉਹ भी ਤੁਹਾਨੂੰ प्रोवाइड ਕੀਤੇ ਜਾਣ ਤੇ ਜਿਹੜੇ ਵਿਦਿਆਰਥੀ ਕੁਝ ਮੈਨੂੰ ਕੱਲ ਕਮੈਂਟ ਬਾਕਸ ਦੇ ਵਿੱਚ ਵੀ ਕਹਿ ਰਹੇ ਸੀ ਕਿ ਸਰ ਐਸਐਸਟੀ ਦੀ ਜਿਹੜੀ ਪੈਡਾਗੋਜੀ ਹੈ ਤੇ ਉਹਦਾ ਜਿਹੜਾ ਕੰਟੈਂਟ ਹੈ ਉਹ ਵੀ ਪ੍ਰੋਵਾਈਡ ਕਰਵਾਇਆ ਜਾਵੇ। ਤੇ ਮੈਂ ਚਲੋ ਕੋਸ਼ਿਸ਼ ਕਰੂੰਗਾ, ਕਮਿਟਮੈਂਟ ਨਹੀਂ ਕਰ ਸਕਦਾ, ਬਟ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਕਿ ਤੁਹਾਨੂੰ ਉਹ ਜਿਹੜਾ ਕੰਟੈਂਟ ਹੈ ਉਹ ਵੀ ਪ੍ਰੋਵਾਈਡ ਤੁਹਾਨੂੰ ਕਰਾਵਾਂ ਮੈਂ। ਸੋ ਚਲੋ ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਹਾਂ ਇਸ ਵੀਡੀਓ ਨੂੰ ਸ਼ੁਰੂ। ਸੋ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਵੇਖ ਸਕਦੇ ਹੋ ਆਪਣੇ ਚੈਨਲ ਦਾ ਨਾਮ ਕੀ ਹੈ, ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਤੁਸੀਂ ਇਹਨੂੰ ਸਬਸਕ੍ਰਾਈਬ ਜ਼ਰੂਰ ਤੋਂ ਕਰ ਲੈਣਾ ਹੈ ਤੇ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦੇਣਾ ਹੈ। ਜੇਕਰ ਮੈਂ ਤੁਹਾਡੇ ਲਈ ਇੰਨੀ ਮਿਹਨਤ ਕਰ ਸਕਦਾ ਤੇ ਤੁਸੀਂ ਵੀ ਤਾਂ ਇੱਕ ਛੋਟਾ ਜਿਹਾ ਐਫਰਟ ਕਰ ਸਕਦੇ ਹੋ ਵੀ ਇਹਨਾਂ ਵੀਡੀਓਜ਼ ਨੂੰ ਆਪਦੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰੋ ਤੇ ਉਹਨਾਂ ਨੂੰ ਦੱਸੋ ਕਿ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਤੇ ਜਿਹੜੀ ਸੀਟੈਟ ਦੀ ਪ੍ਰੈਪਰੇਸ਼ਨ ਹੈ ਉਹ ਫ੍ਰੀ ਦੇ ਵਿੱਚ ਕਰਵਾਈ ਜਾਂਦੀ ਹੈ। ਸੋ ਜੇਕਰ ਸੈਸ਼ਨ ਪਸੰਦ ਆਉਂਦਾ ਹੈ ਤਾਂ ਤੁਸੀਂ ਇਹਨੂੰ ਲਾਈਕ ਵੀ ਕਰ ਸਕਦੇ ਹੋ ਤੇ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਤੇ ਜਿਹੜਾ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ ਆਪਾਂ ਵੇਖਦੇ ਹਾਂ ਭਾਵ ਇਹ ਕਿ ਪਹਿਲਾਂ ਆਪਾਂ ਕੱਲ ਜਿਹੜੇ 15 ਪ੍ਰਸ਼ਨ ਆਪਾਂ ਡਿਸਕਸ ਕਰ ਚੁੱਕੇ ਸੀਗੇ ਤੇ ਕੱਲ ਮੈਂ ਵੇਖਿਆ ਕਾਫੀ ਸਟੂਡੈਂਟ ਸੀਗੇ ਜਿਨ੍ਹਾਂ ਨੇ ਕਮੈਂਟ ਕੀਤਾ ਸੀਗਾ, ਉਹਨਾਂ ਨੇ ਮਤਲਬ ਕਾਫੀ ਵਧੀਆ ਅਟੈਂਪਟ ਕੀਤਾ ਸੀਗਾ। ਕੁਝ ਇੱਕ ਸਟੂਡੈਂਟ ਸੀਗੇ ਉਹਨਾਂ ਨੇ ਇੱਕ ਕੁਐਸਚਨ ਵੀ ਪੁੱਟ ਕੀਤਾ ਸੀਗਾ। ਸੋ ਇਸੇ ਤਰ੍ਹਾਂ ਹੀ ਜਿਹੜਾ ਆਪਦਾ ਜਿਹੜਾ ਪਿਆਰ ਹੈ, ਆਪਦਾ ਜਿਹੜਾ ਇੰਟਰਸਟ ਹੈ ਉਹ ਬਣਾਏ ਰੱਖੋ ਤੇ ਇਸ ਵੀਡੀਓ ਦੇ ਲਾਸਟ ਦੇ ਵਿੱਚ ਵੀ ਤੁਸੀਂ ਇਹ ਜ਼ਰੂਰ ਕਮੈਂਟ ਕਰਿਓ ਕਿ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ। ਸੋ ਸ਼ੁਰੂ ਕਰਦੇ ਹਾਂ। ਪਹਿਲਾਂ ਵੇਖਦੇ ਹਾਂ, ਇੱਕ ਪਾਠ ਨੂੰ ਖਤਮ ਕਰਨ ਮਗਰੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪਾਠ ਵਿੱਚੋਂ ਵੱਖੋ ਵੱਖਰੀ ਕਿਸਮ ਦੇ ਨਾਮ ਇੱਕ ਦਿੱਤੇ ਹੋਏ ਖਾਨੇ ਵਿੱਚ ਲਿਖਣ ਲਈ ਆਖਦਾ ਹੈ। ਇਹ ਕਿਹੜੀ ਉਦਾਹਰਣ ਹੈ? ਠੀਕ ਹੈ ਨਾ, ਮਤਲਬ ਇਹ ਕਿ ਇੱਕ ਅਧਿਆਪਕ ਸੀ, ਉਹਨੇ ਕੀ ਕਿਹਾ ਬੱਚਿਆਂ ਨੂੰ ਨਾ, ਜਿਹੜੇ ਉਹਦੇ ਕਲਾਸ ਦੇ ਸਟੂਡੈਂਟ ਸੀ ਉਹਨਾਂ ਨੂੰ ਕਿਹਾ ਕਿ ਨਾਉਨ ਹੈ ਨਾ, ਨਾਉਨ ਨੂੰ ਨਾ ਇੱਕ ਉਹਨੇ ਕੀ ਕੀਤਾ ਵੀ ਵੱਖਰੇ ਵੱਖਰੇ ਜਿਹੜੇ ਨਾਮ ਸੀਗੇ, ਠੀਕ ਹੈ ਨਾ, ਉਹਨੇ ਉਹ ਲਿਖ ਦਿੱਤੇ ਤੇ ਉਹਨੂੰ ਕਿਹਾ ਕਿ ਚਲੋ ਤੁਸੀਂ ਇੰਜ ਕਰੋ ਵੀ ਇਹ ਕਿਹੜੇ ਕਿਹੜੇ ਨਾਮ ਹੈਗੇ ਤੁਸੀਂ ਇਹ ਦੱਸੋ, ਇਹਨਾਂ ਦੀ ਉਦਾਹਰਨਾਂ ਦੱਸੋ, ਠੀਕ ਹੈ ਨਾ। ਤੇ ਇਹਦਾ ਵਿੱਚ ਕੀ ਹੈ, ਵਿਆਕਰਣ ਦੇ ਨਿਯਮਾਂ ਨੂੰ ਘੋਟਾ ਲਾਉਣਾ ਉਹ ਸਿਖਾ ਰਿਹਾ ਹੈ। ਜੇ ਕੀ ਇਹਦਾ ਇਹ ਜਵਾਬ ਹੋ ਸਕਦਾ ਹੈ, ਜਾਂ ਫਿਰ ਆਪਸ਼ਨ ਨੰਬਰ 2 ਵਿਆਕਰਣ ਨੂੰ ਪੜ੍ਹਾਉਣ ਦੀ ਉਦਾਹਰਣ ਹੈ, ਜਾਂ ਫਿਰ ਵਿਆਕਰਣ ਦੇ ਅਨੁਵਾਦ ਦੀ ਵਿਧੀ ਦੀ, ਜਾਂ ਫਿਰ ਵਿਆਕਰਣ ਦੇ ਪ੍ਰਸੰਗ ਦੀ। ਜੇਕਰ ਆਪਾਂ ਇਸ ਕੁਐਸਚਨ ਨੂੰ ਸਮਝੀਏ ਧਿਆਨ ਨਾਲ, ਤੁਸੀਂ ਇੱਕ ਵਾਰ ਕੁਐਸਚਨ ਦੁਬਾਰਾ ਪੜ੍ਹ ਲਓ, ਵੀਡੀਓ ਨੂੰ ਪੌਜ਼ ਕਰੋ ਤੇ ਇਹਦਾ ਜਿਹੜਾ ਜਵਾਬ ਹੈ ਉਹ ਦੇਣ ਦੀ ਕੋਸ਼ਿਸ਼ ਕਰੋ, ਠੀਕ ਹੈ ਨਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹੁੰਨਾ ਕਿ ਜੇਕਰ ਤੁਸੀਂ ਜਵਾਬ ਭਾਵੇਂ ਗਲਤ ਵੀ ਦਿਓ ਵੀ ਅਗਲੀ ਵਾਰ ਤਾਂ ਜ਼ਰੂਰ ਸਹੀ ਹੋਵੇਗਾ। ਸੋ ਇਹਦੇ ਨਾਲ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਤੁਹਾਡਾ ਇਨਕਰੀਜ਼ ਹੋਏਗਾ, ਕਿਉਂਕਿ ਕੱਲ ਨੂੰ ਤੁਸੀਂ ਪੇਪਰ ਵੀ ਤਾਂ ਦੇਣਾ ਹੈ ਨਾ। ਜਿਹੜੇ ਵਿਦਿਆਰਥੀ ਵੀ ਵੀਡੀਓ ਤਾਂ ਵੇਖਦੇ ਆ ਬਟ ਕਮੈਂਟ ਨਹੀਂ ਕਰਦੇ ਇਸ ਡਰ ਦੇ ਮਾਰੇ ਕਿ ਆਪਣਾ ਕੁਐਸਚਨ ਹੈ ਉਹ ਗਲਤ ਹੋ ਸਕਦਾ ਹੈ, ਫਿਰ ਤੁਸੀਂ ਬਹੁਤ ਹੀ ਗਲਤ ਕਰ ਰਹੇ ਹੋ ਆਪਦੇ ਨਾਲ, ਠੀਕ ਹੈ ਨਾ। ਮੈਂ ਇਹੀ ਕਹੂੰਗਾ ਵੀ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਆ ਕਰੋ ਸਾਰੇ ਸਟੂਡੈਂਟ। ਮੈਂ ਵੇਖਦਾ ਹੁੰਨਾ ਕਿ ਲਾਈਵ ਤਾਂ ਬੱਚੇ ਕਾਫੀ ਹੋ ਜਾਂਦੇ ਆ, ਬਟ ਉਹ ਇਹਨਾਂ ਕੁਐਸਚਨ ਦਾ ਕਹਿ ਲਓ ਵੀ ਹੈ ਨਾ ਵੇਖਦੇ ਆ ਸਿਰਫ। ਮੇਰੀ ਗੱਲ ਦਾ ਮਤਲਬ ਕਿ ਉਹ ਮੇਰੀ ਵੇਟ ਕਰ ਰਹੇ ਹੁੰਦੇ ਆ ਕਿ ਮੈਂ ਸਹੀ ਜਵਾਬ ਦਊਂਗਾ ਤੇ ਉਹ ਅੰਡਰਸਟੈਂਡ ਕਰ ਜਾਣਗੇ, ਬਟ ਤੁਸੀਂ ਨਾ ਇਹਦਾ ਸਹੀ ਜਵਾਬ ਵੀ ਦਿਆ ਕਰੋ। ਹੁਣ ਵੇਖਦੇ ਹਾਂ ਇਹਦਾ ਕੀ ਜਵਾਬ ਹੋਏਗਾ। ਜੇ ਮੈਂ ਗੱਲ ਕਰਾਂ ਪਹਿਲੀ ਆਪਸ਼ਨ ਦੀ, ਪਹਿਲੀ ਆਪਸ਼ਨ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਵਿਆਕਰਣ ਦੇ ਨਿਯਮਾਂ ਨੂੰ ਘੋਟਾ ਲਾਉਣ ਦੀ, ਵੀ ਰੱਟਾਫਿਕੇਸ਼ਨ ਇੱਥੇ ਕਿਵੇਂ ਹੋ ਸਕਦੀ ਆ। ਜੇਕਰ ਤੁਸੀਂ ਧਿਆਨ ਨਾਲ ਵੇਖੋਗੇ ਇੱਥੇ ਤਾਂ ਬੱਚਿਆਂ ਨੂੰ ਪਾਠ ਮਤਲਬ ਪੜਾਉਣ ਦਾ ਮਤਲਬ ਕੀ ਹੈ, ਪਾਠ ਪੜਾਉਣ ਦਾ ਮਤਲਬ ਇਹ ਹੈ ਕਿ ਉਹਨੇ ਜਿਹੜਾ ਅਧਿਆਪਕ ਸੀ ਉਹਨੇ ਨਾਉਨ ਤਾਂ ਬੱਚਿਆਂ ਨੂੰ ਪੜ੍ਹਾ ਦਿੱਤਾ, ਨਾਉਨ ਦਾ ਭਾਵ ਨਾਮ ਹੈ, ਉਹ ਜਿਹੜਾ ਪਾਠ ਹੈ ਬੱਚਿਆਂ ਨੂੰ ਪੜ੍ਹਾ ਦਿੱਤਾ ਗਿਆ। ਸੋ ਇਹ ਘੋਟਾ ਲਵਾਉਣ ਦੀ ਗੱਲ ਤਾਂ ਨਹੀਂ ਕੀਤੀ ਜਾ ਰਹੀ, ਕਿਉਂਕਿ ਬੱਚਿਆਂ ਨੂੰ ਕਿਹਾ ਗਿਆ ਨਾ ਕਿ ਤੁਸੀਂ ਲਿਖੋ, है ना, ਵੱਖੋ ਵੱਖਰੇ ਉਹਨੇ ਕੀ ਕੀਤਾ ਵੀ ਕਿਸਮ ਦੇ ਨਾਮ ਲਿਖਤੇ ਤੇ ਉਹਨਾਂ ਕਿਹਾ ਕਿ ਹਾਂ ਵੀ ਇਹਨਾਂ ਡੱਬਿਆਂ ਸਾਹਮਣੇ ਲਿਖੋ ਵੀ ਇਹ ਕਿਹੜੇ ਨਾਮ ਹੈਗੇ ਆ। ਸੋ ਇਹ ਤਾਂ ਜਵਾਬ ਨਹੀਂ ਹੋ ਸਕਦਾ, ਠੀਕ ਹੈ ਨਾ। ਜੇ ਆਪਾਂ ਵੇਖੀਏ ਵਿਆਕਰਣ ਦੇ ਅਨੁਵਾਦ ਦੀ ਵਿਧੀ, ਸੋ ਇੱਥੇ ਅਨੁਵਾਦ ਤਾਂ ਕਿਤੇ ਵੀ ਕੀਤਾ ਨਹੀਂ ਜਾ ਰਿਹਾ, ਠੀਕ ਹੈ ਨਾ। ਮੇਨਲੀ ਆਪਾਂ ਇਹ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ ਦੀ ਗੱਲ ਕੀਤੀ ਜਾ ਰਹੀ ਹੈ, ਆਪਾਂ ਅੰਗਰੇਜ਼ੀ ਵਿੱਚ ਵੀ ਪੜਾਂਗੇ ਤੇ ਇਹ ਜਵਾਬ ਵੀ ਨਹੀਂ ਹੈਗਾ ਇੱਥੇ। ਬਟ ਜੇ ਆਪਾਂ ਗੱਲ ਕਰੀਏ ਵਿਆਕਰਣ ਪੜਾਉਣ ਦੀ, ਵਿਆਕਰਣ ਤਾਂ ਆਲਰੇਡੀ ਪੜ੍ਹਾ ਚੁੱਕੇ ਆ ਨਾ, ਸੋ ਇਹ ਉਦਾਹਰਣ ਤਾਂ ਇਹ ਵੀ ਗਲਤ ਹੈ, ਠੀਕ ਹੈ ਨਾ। ਜੇਕਰ ਆਪਾਂ ਗੱਲ ਕਰੀਏ ਆਪਸ਼ਨ ਨੰਬਰ 4 ਦੀ ਵਿਆਕਰਣ ਦੇ ਪ੍ਰਸੰਗ ਦੀ,
ठीक है ना। तुसीं वैसे भी कवितावां दे विच प्रसंग वेखदे होंदे हो, ਉਹਦੇ ਵਿੱਚ ਬਰੀਫਲੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਂਦੀ ਹੁੰਦੀ ਹੈ ਪੋਇਮ ਬਾਰੇ ਕਿ ਇਹ ਪੋਇਮ ਇਹਨਾਂ ਦੇ ਦੁਆਰਾ ਲਿਖੀ ਗਈ ਹੈ। ਪ੍ਰਸੰਗ ਦੇ ਵਿੱਚ ਆਪਾਂ ਹੀ ਲਿਖਦੇ ਹੁੰਦੇ ਆ ਨਾ। ਸੋ ਇਹਦਾ ਜਿਹੜਾ ਜਵਾਬ ਹੈ ਉਹ ਹੈ ਵਿਆਕਰਣ ਦੇ ਪ੍ਰਸੰਗ ਦੀ, ਠੀਕ ਹੈ ਨਾ। ਇਹਦਾ ਜਵਾਬ ਕੀ ਹੋਏਗਾ? ਵਿਆਕਰਣ ਦੇ ਪ੍ਰਸੰਗ ਦੀ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਸੈਕੰਡ ਪ੍ਰਸ਼ਨ ਤੇ। ਜਿਹੜਾ ਦੂਸਰਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਅਵਚੇਤਨ ਦਾ ਅਮਲ ਹੈ ਅਤੇ ਵਿਦਿਆਰਥੀਆਂ ਸੰਚਾਰ ਲਈ ਇਸ ਦੀ ਵਰਤੋਂ ਸ਼ੁਰੂ ਕਰਦੇ ਹਨ, ਠੀਕ ਹੈ ਨਾ। ਇਹ ਕਿਹਦੀ ਗੱਲ ਕੀਤੀ ਜਾ ਰਹੀ ਹੈ? ਅਵਚੇਤਨ ਦੀ। सबकॉन्शियस ਜਿਹੜਾ ਮਾਈਂਡ ਹੁੰਦਾ ਹੈ ਵੀ ਇਹਦੀ ਗੱਲ ਕੀਤੀ ਜਾ ਰਹੀ ਹੈ, ਠੀਕ ਹੈ ਨਾ। ਵਿਦਿਆਰਥੀ ਦੀ ਸੰਚਾਰ ਦੀ, ਸੰਚਾਰ ਕੀ ਮਤਲਬ ਕਿ ਕਮਿਊਨੀਕੇਸ਼ਨ ਕਰਦਾ ਹੈ। ਮਤਲਬ ਇਹ ਕਿ ਬੱਚਾ ਇਹਦੀ ਅਵਚੇਤਨ ਦਾ ਨਾ ਤੁਸੀਂ ਇੱਕ ਉਦਾਹਰਨ ਟਾਈਪ ਦੱਸ ਦਿਓ ਵੀ ਕਿ ਇਹਦੇ ਵਿੱਚ ਇਹ ਪੜੋ ਪਹਿਲਾਂ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਇੱਕ ਅਵਚੇਤਨ ਦਾ ਅਮਲ ਹੈ, ਠੀਕ ਹੈ ਨਾ। ਅਵਚੇਤਨ ਦਾ ਵੀ ਸਮਝ ਲਓ ਇੱਕ ਉਦਾਹਰਨ ਟਾਈਪ ਹੀ ਹੈ ਵੀ ਵਿਦਿਆਰਥੀ ਸੰਚਾਰ ਲਈ, ਕਮਿਊਨੀਕੇਸ਼ਨ ਲਈ ਇਸ ਤੋਂ ਬਾਅਦ ਹੀ ਜਿਹੜੀ ਇਹਦੀ ਵਰਤੋਂ ਹੈ ਉਹ ਸ਼ੁਰੂ ਕਰਦਾ। ਆਪਸ਼ਨਾਂ ਨੂੰ ਵੇਖ ਲੈਂਦੇ ਆ। ਭਾਸ਼ਾ ਸਿੱਖਿਆ, ਦੂਜੀ ਭਾਸ਼ਾ, भाषा प्राप्ति या फिर भाषाई योग्यता, ठीक है ना। जेकर मैं गल करा कि कोई भी जिहड़ी भाषा है तुसी सबकॉन्शियसली किहड़ी भाषा सिखदे हो? पहली लैंग्वेज। पहली लैंग्वेज किवें सिखदे हो इहदी भी आपां गल कर लैंदे हां। जिवें कि मदर टंग है, जिहड़ी मदर टंग है, जिवें तुसी बच्चे छोटे हुंदे हो, छोटे हुंदिआं कि तुहानूं कोई पंजाबी सिखाउंदा है? नहीं, तुसी आप ही सुन के सिख लैंदे हो। जिवें कि छोटा जिहा बच्चा हुंदा, ਉਹਦੇ ਘਰ ਦੇ ਉਹਨੂੰ ਪਾਣੀ ਪਿਆਉਂਦੇ ਆ ਜਾਂ ਫਿਰ ਹੋਰ ਵੀ ਕੋਈ ਚੀਜ਼ ਖਵਾਉਂਦੇ ਆ ਤੇ ਉਹਨੂੰ ਕੀ ਕਰਦੇ ਆ ਉਹ ਪਹਿਲਾਂ ਬੋਲਚਾਲ ਨਾਲ ਆਪਸ ਵਿੱਚ ਹੀ ਗੱਲ ਕਰਦੇ ਆ ਨਾ ਇੱਕ ਦੂਜੇ ਨਾਲ। ਸੋ ਜਦੋਂ ਵੀ ਇੱਕ ਦੂਜੇ ਨਾਲ ਗੱਲ ਕਰਦੇ ਆ ਸੋ ਉਹਦੇ ਨਾਲ ਕੀ ਕਰਦਾ ਬੱਚਾ? ਉਹ ਬੱਚਾ ਉਹਨਾਂ ਦੀਆਂ ਗੱਲਾਂ ਨੂੰ ਸੁਣ ਰਿਹਾ ਹੁੰਦਾ, ਠੀਕ ਹੈ ਨਾ। ਸੋ ਸੁਣਦੇ ਹੋਏ ਉਹ ਆਪਣੇ ਆਪ ਹੀ ਸਿੱਖ ਜਾਂਦਾ। ਉਹਨੂੰ ਤਾਂ ਨਹੀਂ ਕੋਈ ਕਹਿੰਦਾ ਕਿ ਹਾਂ ਵੀ ਚੱਲ ਤੂੰ ਆ ਜਾ, ਤੈਨੂੰ ਆਪਾਂ ਪੰਜਾਬੀ ਭਾਸ਼ਾ ਜਾਂ ਫਿਰ ਹਿੰਦੀ ਭਾਸ਼ਾ। ਹੁਣ मैटर करता भी है ना कि वो किहड़े मतलब परिवार तो बिलोंग करता भी उस परिवार दे विच उहनूं कोई भाषा सिखाई नहीं जाती, वो अपने आप ही सिख जाता। अपने आप सीखण दा मतलब यह है वो सबकॉन्शियस माइंड नाल ही सिखदा है ना। सो इत्थे दसो हुण मैं उम्मीद करदा भी तुसीं इस क्वेश्चन का जिहड़ा जवाब है वो वीडियो पॉज करन तो बाद जरूर दे दिता होएगा। सो इत्थे जिहड़ा सही जवाब है वो की बनेगा? दूजी भाषा। बिल्कुल नहीं, जिहड़े स्टूडेंट दूजी भाषा लगा रहे वो जवाब होएगा गलत, क्योंकि दूजी जिहड़ी भाषा हुंदी है ये तुसीं सबकॉन्शियस माइंड नाल सिखदे हो नहीं। ਇਹ ਕੀ ਕਰਦੇ ਹੋ ਤੁਸੀਂ? ਆਪ ਸਿੱਖਦੇ ਹੋ। ਮਤਲਬ ਜਿਹੜੀ ਅੰਗਰੇਜ਼ੀ ਹੈ, ਅੰਗਰੇਜ਼ੀ ਤਾਂ ਤੁਸੀਂ ਸਿੱਖਦੇ ਹੋ ਨਾ। ਅੰਗਰੇਜ਼ੀ ਸਿੱਖਣ ਲਈ ਪਹਿਲਾਂ ਤੁਸੀਂ ਗ੍ਰਾਮਰ ਸਿੱਖਦੇ ਹੋ, ਹੈਨਾ। ਸੋ ਇੱਥੇ ਜਿਹੜੀ ਭਾਸ਼ਾ ਪ੍ਰਾਪਤੀ ਹੈ ਨਾ, ਲੈਂਗੁਏਜ ਅਕਵਾਇਰ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਤੇ ਲੈਂਗੁਏਜ ਅਕਵਾਇਰ ਆਪਾਂ ਕਿਹੜੀ ਲੈਂਗੁਏਜ ਨੂੰ ਕਰਦੇ ਹਾਂ? ਜਿਹੜੀ ਪਹਿਲੀ ਭਾਸ਼ਾ ਹੁੰਦੀ ਹੈ ਉਹ। ਸੋ ਇੱਥੇ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਬਤੌਰ ਅਧਿਆਪਕ ਤੁਸੀਂ ਪੜ੍ਹਨ ਵਿੱਚ ਵਿਦਿਆਰਥੀਆਂ ਦੀ ਰੁਚੀ ਕਿਵੇਂ ਵਧਾਓਗੇ? ਤੁਸੀਂ ਐਜ਼ ਅ ਟੀਚਰ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਹਾਡੇ ਜੇ ਬੱਚੇ ਹੈਗੇ ਆ, ਮਤਲਬ ਤੁਹਾਡੀ ਕਲਾਸ ਵਾਲੇ, ਵੀ ਤੁਸੀਂ ਉਹਨਾਂ ਦੀ ਜਿਹੜੀ ਰੁਚੀ ਹੈ, ਜਿਹੜਾ ਇੰਟਰਸਟ ਹੈ ਕਿਹਦੇ ਵਿੱਚ? ਪੜ੍ਹਨ ਦੇ ਵਿੱਚ, ਉਹ ਤੁਸੀਂ ਕਿਵੇਂ ਵਧਾ ਸਕਦੇ ਹੋ? ਸੋ ਆਪਸ਼ਨ ਵੇਖਦੇ ਆ। ਉਹਨਾਂ ਨੂੰ ਸਿਰਫ ਪਾਠ ਪੁਸਤਕ ਪੜ੍ਹਨ ਲਈ ਕਹਿ ਕੇ ਕਿ ਹਾਂ ਵੀ ਤੁਸੀਂ ਕਹੋਗੇ ਕਿ ਜਿਹੜੀਆਂ ਟੈਕਸਟ ਬੁੱਕਸ ਹੈਗੀਆਂ ਨਾ, ਜਾਂ ਫਿਰ ਮੇਨ ਕੋਰਸ ਦੀ ਹੋਗੀ ਜਾਂ ਫਿਰ ਸਪਲੀਮੈਂਟਰੀ ਰੀਡਰ ਹੋਗੀ, ਤੁਸੀਂ ਕਹੋਗੇ ਹਾਂ ਵੀ ਬੱਚਿਓ ਤੁਸੀਂ ਆਪ ਹੀ ਪੜ੍ਹ ਲਓ, ਠੀਕ ਹੈ ਨਾ। ਵੀ ਇਹਨਾਂ ਨੂੰ ਪੜ੍ਹਨ ਲਈ ਕਹੋਗੇ ਤੇ ਇਹਦੇ ਨਾਲ ਕੀ ਬੱਚਿਆਂ ਦਾ ਇੰਟਰਸਟ ਵੱਧ ਸਕਦਾ ਹੈ? ਜਾਂ ਫਿਰ ਆਪਸ਼ਨ ਨੰਬਰ 2 ਪਾਠਾਂ ਦੇ ਸਾਰ ਯਾਦ ਕਰਵਾ ਕੇ। ਸਮਰੀ ਹੁੰਦੀ ਹੈ ਨਾ ਪਾਠ ਦੀ, ਜੋ ਵੀ ਮਤਲਬ ਕਿ ਸਮਰੀ ਟਾਈਪ ਹੋ ਜਾਂਦਾ ਵੀ ਸਾਰਾ ਪਾਠ ਹੈ, ਫਿਰ ਉਹਨੂੰ ਸਮਅਪ ਜਿਹੜਾ ਕਰ ਦਿੱਤਾ ਜਾਂਦਾ ਕੁਝ ਕੁ ਲਾਈਨਾਂ ਦੇ ਵਿੱਚ, ਉਹ ਸਮਰੀ ਯਾਦ ਕਰਵਾ ਕੇ। ਜਾਂ ਫਿਰ ਆਪਸ਼ਨ ਨੰਬਰ 3 ਉਮਰ ਦੇ ਢੁਕਵੇਂ ਬਾਲ ਸਾਹਿਤ ਦੀ ਵਰਤੋਂ ਕਰਕੇ ਜਿਸ ਨਾਲ ਉਹਨਾਂ ਦੀ ਰੁਚੀ ਵੱਧਦੀ ਹੈ। ਬਾਲ ਸਾਹਿਤ ਕੀ ਹੋ ਗਿਆ? ਮਤਲਬ ਕਿ ਜਿਹੜੇ ਛੋਟੇ ਬੱਚਿਆਂ ਵਾਲੀ ਜਿਹੜੀ ਕਿਤਾਬ ਨਹੀਂ ਹੁੰਦੀ, ਕਹਾਣੀਆਂ ਦੀ ਕਿਤਾਬ ਮੰਨ ਲਓ, ਹਨਾ। ਬਾਲ ਸਾਹਿਤ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਵੀ ਚਿਲਡਰਨ ਲਿਟਰੇਚਰ ਦੀ ਗੱਲ ਮੰਨ ਲਓ, ਹਨਾ। ਵੀ ਉਹਦੇ ਵਿੱਚ ਕਹਾਣੀਆਂ ਵਗੈਰਾ ਹੋ ਸਕਦੀਆਂ ਨੇ। ਤੁਸੀਂ ਉਹਨਾਂ ਨੂੰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਪ੍ਰੋਵਾਈਡ ਕਰਵਾਓਗੇ। ਸੋ ਕੀ ਉਹਨਾਂ ਦੇ ਨਾਲ ਉਹਦੀ ਰੁਚੀ ਵਧੇਗੀ? ਜਾਂ ਫਿਰ ਆਪਸ਼ਨ ਨੰਬਰ 4 ਪਾਠ ਨੂੰ ਉਹਨਾਂ ਦੀ ਮਾਤ ਭਾਸ਼ਾ ਵਿੱਚ ਅਨੁਵਾਦ ਕਰਕੇ ਅਤੇ ਉਹਨਾਂ ਨੂੰ ਪ੍ਰਸ਼ਨਾਂ ਦੇ ਉੱਤਰ ਯਾਦ ਕਰਨ ਲਈ ਕਹਿ ਕੇ। ਯਾਦ ਕਰਨ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਮਾਤ ਭਾਸ਼ਾ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਹੈਗੀ ਆ, ਹਨਾ, ਕੋਈ ਕਹਾਣੀ ਆ, ਤੁਸੀਂ ਉਹਦਾ ਅਨੁਵਾਦ ਕਰਤਾ, ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਹਾਂ ਵੀ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹ ਤੁਸੀਂ ਯਾਦ ਕਰਕੇ ਆਇਓ। ਸੋ ਕੀ ਇਹਦੇ ਨਾਲ ਬੱਚੇ ਦਾ ਜਿਹੜਾ ਇੰਟਰਸਟ ਹੈ ਪੜ੍ਹਾਈ ਦੇ ਪ੍ਰਤੀ ਕੀ ਉਹ ਵੱਧ ਸਕਦਾ ਹੈ? ਸੋ ਵੇਖਦੇ ਹਾਂ। ਸੋ ਆਪਾਂ ਐਲੀਮੀਨੇਸ਼ਨ ਮੈਥਡ ਯੂਜ਼ ਕਰਦੇ ਹਾਂ। ਪਹਿਲੀ ਆਪਸ਼ਨ ਨੂੰ ਵੇਖੋ, ਇਹ ਕਹਿੰਦੇ ਕਿ ਸਿਰਫ ਪਾਠ ਪੁਸਤਕਾਂ ਹੀ ਪੜ੍ਹਾਓ। ਸੋ ਇਹ ਤਾਂ ਆਪਸ਼ਨ ਬਿਲਕੁਲ ਹੀ ਗਲਤ ਹੈ। ਜੇਕਰ ਪਾਠ ਪੁਸਤਕਾਂ ਨਾਲ ਬੱਚਿਆਂ ਦਾ ਕਹਿ ਲਓ ਕਿ ਇੰਟਰਸਟ ਵਧਣ ਲੱਗ ਗਿਆ ਤੇ ਫਿਰ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ ਸਟੋਰੀ ਬੁੱਕਸ ਬੱਚਿਆਂ ਨੂੰ ਇਸ਼ੂ ਕੀਤੀ ਜਾਂਦੀਆਂ, ਫਿਰ ਉਹਦੀ ਵੀ ਕੀ ਲੋੜ ਹੈ, ਹਨਾ। ਆਪਸ਼ਨ ਨੰਬਰ 1 ਤਾਂ ਗਲਤ ਹੋ ਗਿਆ। ਪਾਠਾਂ ਦੇ ਸਾਰ ਨੂੰ ਯਾਦ ਕਰਵਾ ਕੇ, ਇੱਥੇ ਯਾਦ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਮਤਲਬ ਕਿ ਆਪਾਂ ਯਾਦ ਜੇ ਕਰਵਾਵਾਂਗੇ ਬੱਚਿਆਂ ਨੂੰ, ਫਿਰ ਇਹਦੇ ਨਾਲ ਬੱਚੇ ਦਾ ਇੰਟਰਸਟ ਕਿਵੇਂ ਵਧੇਗਾ? ਆਪਸ਼ਨ ਨੰਬਰ ਜੋ ਆਪਾਂ 4 ਨੂੰ ਵੇਖੀਏ, ਇਹਦੇ ਵਿੱਚ ਸਿੱਧੀ ਗੱਲ ਕੀਤੀ ਹੈ ਕਿ ਮਾਤ ਭਾਸ਼ਾ ਦੇ ਵਿੱਚ ਆਪਾਂ ਕੋਈ ਵੀ ਉਹਨਾਂ ਨੂੰ, ਹਨਾ, ਅਨੁਵਾਦ ਕਰ ਰਹੇ ਹਾਂ। ਅਨੁਵਾਦ ਦਾ ਮਤਲਬ ਹੁੰਦਾ ਟਰਾਂਸਲੇਟ ਕਰਕੇ ਫਿਰ ਉਹਨਾਂ ਨੂੰ ਕਿਹਾ ਕਿ ਹਾਂ ਵੀ ਪ੍ਰਸ਼ਨਾਂ ਦੇ ਉੱਤਰ ਯਾਦ ਕਰਨ ਲਈ ਕਵਾਂਗੇ। ਸੋ ਕੀ ਉਹਦੇ ਨਾਲ ਬੱਚੇ ਦਾ ਇੰਟਰਸਟ ਵਧੇਗਾ? ਬਿਲਕੁਲ ਨਹੀਂ। ਬਟ ਜੇ ਆਪਾਂ ਆਪਸ਼ਨ ਨੰਬਰ 3 ਨੂੰ ਵੇਖੀਏ, ਜੇਕਰ ਉਹਨੂੰ ਆਪਾਂ ਬਾਲ ਸਾਹਿਤ ਪ੍ਰੋਵਾਈਡ ਕਰਾਵਾਂਗੇ,
ਛੋਟੇ ਬੱਚਿਆਂ ਵਾਲੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ, ਜਿਹੜੀਆਂ ਸਟੋਰੀ ਬੁੱਕਸ ਹੁੰਦੀਆਂ ਨੇ, ਸੋ ਉਹਦੇ ਨਾਲ ਕੀ ਹੋਏਗਾ, ਬੱਚੇ ਦਾ ਜਿਹੜਾ ਇੰਟਰਸਟ ਹੈ ਉਹ ਵਧੇਗਾ। ਠੀਕ ਹੈ ਨਾ, ਪੜ੍ਹਾਈ ਦੇ ਵਿੱਚ, ਪੜ੍ਹਾਈ ਪ੍ਰਤੀ ਇੰਟਰਸਟ ਵਧੇਗਾ। ਸੋ ਆਪਸ਼ਨ ਨੰਬਰ ਜਿਹੜਾ 3 ਹੈ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਹੇਠ ਲਿਖਿਆ ਵਿੱਚੋਂ ਕਿਹੜਾ ਵਿਦਿਆਰਥੀਆਂ ਦੇ ਭਾਸ਼ਾ ਸਿੱਖਿਆ ਦੇ ਪੱਧਰ ਦਾ ਮੁਲਾਂਕਣ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਕੀ ਕਿਹਾ ਜਾ ਰਿਹਾ ਕਿ ਹੇਠ ਲਿਖਿਆ, ਪਹਿਲਾਂ ਤਾਂ ਤੁਸੀਂ ਆਪਸ਼ਨਾਂ ਨੂੰ ਧਿਆਨ ਨਾਲ ਪੜ੍ਹਿਓ, ਫਿਰ ਵੇਖਿਓ ਕਿ ਜਿਹੜੇ ਸਟੂਡੈਂਟਸ ਹੁੰਦੇ ਨੇ ਉਹਨਾਂ ਦੀ ਲੈਂਗੁਏਜ ਲਰਨਿੰਗ, ਠੀਕ ਹੈ ਨਾ, ਭਾਸ਼ਾ ਸਿੱਖਿਆ ਦੇ ਵਿੱਚ ਵੀ ਲੈਂਗੁਏਜ ਜਿਹੜੀ ਟੀਚਿੰਗ ਕੀਤੀ ਜਾ ਰਹੀ ਹੈ ਦੇ ਪੱਧਰ ਤੇ ਮੁਲਾਂਕਣ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ, ਹੈਲਪਫੁਲ ਹੋ ਸਕਦਾ ਹੈ। ਇਵੈਲੂਏਸ਼ਨ ਦੇ ਵਿੱਚ ਕਿਵੇਂ ਹੋ ਸਕਦਾ ਹੈ ਆਪਾਂ ਵੇਖਦੇ ਹਾਂ। ਬੱਚਿਆਂ ਨੂੰ ਯਾਦ ਕੀਤੀ ਕਵਿਤਾ ਨੂੰ ਇਸ਼ਾਰਿਆਂ ਨਾਲ ਸੁਣਾਉਣ ਲਈ ਕਹਿਣਾ, ਠੀਕ ਹੈ ਨਾ, ਮਤਲਬ ਤੁਸੀਂ ਕੁਐਸਚਨ ਨੂੰ ਇੱਕ ਵਾਰ ਜੇ ਤੁਸੀਂ ਸਮਝਦੇ ਹੋ ਵੀ ਆਪਾਂ ਕੀ ਕਰ ਰਹੇ ਹਾਂ, ਇਵੈਲੂਏਸ਼ਨ ਕਰਨੀ ਹੈ ਬੱਚਿਆਂ ਦੀ, ਵੀ ਆਪਾਂ ਇਹ ਪੁੱਛ ਰਹੇ ਆ ਕਿ ਤੁਸੀਂ ਨਾ ਚੈੱਕ ਕਰਨਾ ਵੀ ਬੱਚਿਆਂ ਨੇ ਕਿੰਨਾ ਕੁ ਮਤਲਬ ਲੈਂਗੁਏਜ ਕਿੰਨੀ ਕੁ ਸਿੱਖੀ ਹੋਈ ਆ। ਸੋ ਤੁਸੀਂ ਕੀ ਕਹੋਗੇ ਉਹਨਾਂ ਨੂੰ ਕਿ ਵੀ ਤੁਸੀਂ ਇਸ਼ਾਰਿਆਂ ਨਾਲ ਜਿਹੜੀ ਵੀ ਸਟੋਰੀ ਹੈਗੀ ਆ ਤੁਸੀਂ ਇਹਨੂੰ ਐਕਸਪਲੇਨ ਕਰ ਦਿਓ, ਸੋ ਕਿ ਇਹਦੇ ਨਾਲ ਪਤਾ ਲੱਗ ਜਾਏਗਾ ਆਪਾਂ ਨੂੰ। ਆਪਸ਼ਨ ਨੰਬਰ ਜੇ ਆਪਾਂ 2 ਨੂੰ ਵੇਖੀਏ, ਪਾਠ ਨੂੰ ਉਹਨਾਂ ਦੀ ਮਾਤ ਭਾਸ਼ਾ ਵਿੱਚ ਅਨੁਵਾਦ ਕਰਨਾ, ਠੀਕ ਹੈ ਨਾ, ਪਾਠ ਨੂੰ ਉਹਨਾਂ ਦੀ ਜਿਹੜੀ ਮਾਤ ਭਾਸ਼ਾ ਹੈਗੀ ਆ, ਮਦਰ ਟੰਗ ਹੈਗੀ ਆ, ਵੀ ਆਪਾਂ ਕਹਾਂਗੇ ਨਾ ਕਿ ਹਾਂ ਵੀ ਆ ਜਿਹੜੀ ਹੈ ਤੂੰ ਇਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਦੇ, ਠੀਕ ਹੈ ਨਾ, ਕਿ ਇਹਦੇ ਨਾਲ ਵੀ ਮਦਦਗਾਰ ਹੋ ਸਕਦਾ ਹੈ ਮੁਲਾਂਕਣ ਕਰਨ ਵਿੱਚ। ਜਾਂ ਫਿਰ ਆਪਸ਼ਨ ਨੰਬਰ 3, ਉਹਨਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਨ ਅਤੇ ਆਪਣੀ ਕਲਪਨਾ ਨੂੰ ਪ੍ਰਗਟ ਕਰਨ ਦਾ ਮੌਕਾ ਦੇਣਾ। ਕੀ ਇਹਦਾ ਜਵਾਬ ਇਹ ਹੋ ਸਕਦਾ ਹੈ? ਮਤਲਬ ਇਹ ਕਿ ਉਹਨਾਂ ਨੂੰ ਆਪਾਂ ਕਹਾਂਗੇ ਵੀ ਤੁਸੀਂ ਜਿਹੜੇ ਆਪਦੇ ਵਿਚਾਰ ਆ ਨਾ ਖੁੱਲ੍ਹ ਕੇ ਐਕਸਪ੍ਰੈਸ ਕਰੋ, ਠੀਕ ਹੈ ਨਾ, ਖੁੱਲ੍ਹ ਕੇ ਐਕਸਪ੍ਰੈਸ ਕਰੋ ਆਪਦੇ ਜਿਹੜੇ ਵਿਚਾਰ ਹੈਗੇ ਆ, ਤੇ ਇਹਦੇ ਨਾਲ ਜਿਹੜੀ ਆਪਦੀ ਜਿਹੜੀ ਇਮੈਜੀਨੇਸ਼ਨ ਹੈ, ਕਲਪਨਾ ਕੀ ਹੁੰਦੀ ਹੈ, ਇਮੈਜੀਨੇਸ਼ਨ, ਜਿਹੜੀ ਕਲਪਨਾ ਹੈ, ਇਮੈਜੀਨੇਸ਼ਨ ਦਾ ਪ੍ਰਗਟ ਕਰਨ ਦਾ ਜਿਹੜਾ ਮੌਕਾ ਹੈ, ਮੌਕਾ ਕੀ ਹੁੰਦਾ, ਓਪਰਚੁਨਿਟੀ ਦਿਓ ਬੱਚਿਆਂ ਨੂੰ। ਕੀ ਇਹਦਾ ਇਹ ਜਵਾਬ ਸਹੀ ਹੋ ਸਕਦਾ ਹੈ? ਜਾਂ ਫਿਰ ਆਪਸ਼ਨ ਨੰਬਰ 4 ਵੀ ਬੱਚਿਆਂ ਨੂੰ ਕਵਿਤਾ ਵਿੱਚ ਕਾਵਿਕ ਯੋਗਤਾ ਲੱਭਣ ਲਈ ਕਹਿਣਾ। ਕੀ ਇਹਦਾ ਇਹ ਜਵਾਬ ਸਹੀ ਹੋਏਗਾ? ਠੀਕ ਹੈ ਨਾ, ਇੱਥੇ ਕਵਿਤਾ ਦੀ ਗੱਲ ਕੀਤੀ ਜਾ ਰਹੀ ਹੈ। ਜੇ ਆਪਾਂ ਵੇਖੀਏ ਵੀ ਆਪਾਂ ਕੀ ਕਰਨਾ, ਵੀ ਮੁਲਾਂਕਣ ਕਰਨਾ, ਸੋ ਇਹਦੇ ਵਿੱਚ ਆਪਾਂ ਭਾਸ਼ਾ ਦੀ ਗੱਲ ਕਰ ਰਹੇ ਹਾਂ ਨਾ ਮੇਨਲੀ। ਸੋ ਇੱਥੇ ਜਿਹੜਾ ਸਹੀ ਜਵਾਬ ਹੈ, ਮੈਂ ਤੁਹਾਨੂੰ ਇਹਦਾ ਸਿੱਧਾ ਸਹੀ ਜਵਾਬ ਹੀ ਦੱਸੂਗਾ ਕਿ ਉਹਨਾਂ ਨੂੰ ਜਿਹੜੇ ਆਪਣੇ ਵਿਚਾਰ ਹੈ ਉਹ ਖੁੱਲ੍ਹ ਕੇ ਸਾਂਝੇ ਕਰਨ ਲਈ ਆਖਣਾ, ਠੀਕ ਹੈ ਨਾ। ਸੋ ਉਹ ਆਪਦੀ ਜਿਹੜੀ ਇਮੈਜੀਨੇਸ਼ਨ ਹੈ ਉਹਦਾ ਕਹਿ ਲਓ ਵੀ ਹੈ ਨਾ ਓਪਰਚੁਨਿਟੀ ਦੇਵਾਂਗੇ ਕਿ ਤੂੰ ਆਪਦੀ ਜਿਹੜੀ ਇਮੈਜੀਨੇਸ਼ਨ ਹੈ ਵੀ ਇਹਨੂੰ ਤੂੰ ਲਿਖ, ਠੀਕ ਹੈ ਨਾ। ਸੋ ਆਪਸ਼ਨ ਨੰਬਰ 3 ਇਹਦੇ ਵਿੱਚ ਵੀ ਬਹੁਤਾ ਕੁਝ ਸਮਝਾਉਣ ਨੂੰ ਹੈ ਨਹੀਂ ਸੀ। ਉਮੀਦ ਕਰਦਾ ਤੁਹਾਨੂੰ ਇਹ ਜਿਹੜਾ ਪ੍ਰਸ਼ਨ ਹੈ ਤੁਸੀਂ ਇਹਦਾ ਸਹੀ ਹੀ ਜਵਾਬ ਦਿੱਤਾ ਹੋਏਗਾ, ਠੀਕ ਹੈ ਨਾ। ਆਪਸ਼ਨ ਨੰਬਰ 2 ਦੇ ਵਿੱਚ ਤਾਂ ਮਾਤ ਭਾਸ਼ਾ ਦੇ ਵਿੱਚ ਸਿੱਧੀ ਟ੍ਰਾਂਸਲੇਸ਼ਨ ਕਰਨ ਨੂੰ ਕਹਿ ਰਿਹਾ। ਆਪਸ਼ਨ ਨੰਬਰ 1 ਦੇ ਵਿੱਚ ਕਹਿ ਰਿਹਾ ਕਿ ਕਵਿਤਾ ਨੂੰ ਇਸ਼ਾਰਿਆਂ ਨਾਲ ਸਮਝਾਓ, ਹਨਾ, ਇਹਦੇ ਨਾਲ ਵੀ ਬੱਚਾ ਐਕਸਪ੍ਰੈਸ ਨਹੀਂ ਕਰ ਸਕਦਾ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਅੱਜ ਦਾ 5ਵਾਂ ਪ੍ਰਸ਼ਨ, ਵਿਸ਼ੇ ਅਤੇ ਸਥਿਤੀ ਦੇ ਗਿਆਨ ਦੇ ਆਧਾਰ ਤੇ ਵਿਦਿਆਰਥੀ ਇੱਕ ਪੈਰੇ ਨੂੰ ਸੁਣ ਕੇ ਅਤੇ ਵਾਕਾਂ, ਵਾਕਾਂਸ਼ਾਂ ਅਤੇ ਸ਼ਬਦਾਂ ਜਿਨ੍ਹਾਂ ਨਾਲ ਉਸ ਦਾ ਸੰਦੇਸ਼ ਬਣਿਆ ਦਾ ਵਿਸ਼ੇਸ਼ ਅਰਥ ਕੱਢ ਲੈਂਦੇ ਹਨ। ਸੁਣੇ ਗਏ ਸੰਦੇਸ਼ ਦੀ ਵਿਆਖਿਆ ਦਾ ਇਹ ਢੰਗ ਕਿਹੜਾ ਹੈ? ਦੋਸਤੋ ਕੱਲ ਵੀ ਤੁਹਾਨੂੰ ਯਾਦ ਹੋਊਗਾ, ਕੱਲ ਵੀ ਇੱਕ ਆਪਾਂ ਪ੍ਰਸ਼ਨ ਇਹਦੇ ਨਾਲ ਦਾ ਮਿਲਦਾ ਜੁਲਦਾ ਪੜਿਆ ਸੀ, ਠੀਕ ਹੈ ਨਾ। ਸੋ ਵੇਖਦੇ ਹਾਂ ਤੁਸੀਂ ਇਹਦਾ ਸਹੀ ਜਵਾਬ ਦੇ ਪਾਉਂਦੇ ਹੋ ਕਿ ਨਹੀਂ। ਪਹਿਲਾ ਪ੍ਰਸ਼ਨ ਹੈ, ਪਹਿਲਾ ਜਿਹੜਾ ਆਪਸ਼ਨ ਹੈ ਬਾਟਮ ਅਪ ਅਪਰੋਚ ਕੌਸ਼ਲ, ਠੀਕ ਹੈ ਨਾ, ਟੌਪ ਡਾਊਨ ਉਪ ਕੌਸ਼ਲ, ਜਾਂ ਫਿਰ ਸਮੁੱਚੀ ਭਾਸ਼ਾ ਦੀ ਪਹੁੰਚ, ਜਾਂ ਫਿਰ ਸੰਗਠਿਤ ਪਹੁੰਚ, ਠੀਕ ਹੈ ਨਾ। ਕੱਲ ਆਪਾਂ ਕੋਈ ਗੱਲ ਯਾਦ ਕੀਤੀ ਸੀਗੀ, ਉਮੀਦ ਕਰਦਾ ਤੁਹਾਨੂੰ ਯਾਦ ਹੋਊਗੀ। ਵਿਸ਼ੇ ਅਤੇ ਸਥਿਤੀ ਦੇ ਗਿਆਨ ਦੇ ਆਧਾਰ ਤੇ ਵਿਦਿਆਰਥੀ ਕੀ ਕਰਦਾ ਹੈ, ਇੱਕ ਪੈਰੇ ਨੂੰ ਸੁਣ ਕੇ, ਇੱਕ ਪੈਰੇ ਨੂੰ ਉਹਨੇ ਸੁਣ ਲਿਆ, ਠੀਕ ਹੈ ਨਾ, ਪਹਿਲਾਂ ਉਹਨੇ ਪੈਰੇ ਨੂੰ ਸੁਣਿਆ, ਫਿਰ ਉਸ ਤੋਂ ਬਾਅਦ ਵਾਕਾਂ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੇ ਸੈਂਟੈਂਸਸ ਹੁੰਦੇ ਨੇ, ਠੀਕ ਹੈ ਨਾ, ਫਿਰ ਉਹ ਵਾਕਾਂ ਦੀ ਗੱਲ ਕੀਤੀ ਜਾ ਰਹੀ ਹੈ, ਫਿਰ ਉਸ ਤੋਂ ਬਾਅਦ ਵਾਕਾਂਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ, ਇਹਨਾਂ ਨੂੰ, ਫਿਰ ਉਸ ਤੋਂ ਬਾਅਦ ਸ਼ਬਦਾਂ, ਠੀਕ ਹੈ ਨਾ, ਇਹਨਾਂ ਨੂੰ ਮਤਲਬ ਕਿ ਗ੍ਰੈਜੂਅਲੀ ਉਹ ਕੀ ਕਰ ਰਿਹਾ, ਸਮਝ ਰਿਹਾ, ਠੀਕ ਹੈ ਨਾ। ਉਹ ਸਾਰਾ ਕੁਝ ਸਮਝਣ ਤੋਂ ਬਾਅਦ ਉਹ ਇੱਕ ਵਿਸ਼ੇਸ਼ ਜਿਹੜਾ ਮੀਨਿੰਗ ਹੈ ਉਸ ਪੈਰਾਗ੍ਰਾਫ ਦਾ ਉਹ ਕੱਢ ਲੈਂਦਾ। ਫਿਰ ਪਹਿਲਾਂ ਕੀ ਕੀਤਾ ਉਹਨੇ, ਪਹਿਲਾਂ ਪੈਰਾਗ੍ਰਾਫ ਪੜ੍ਹਿਆ, ਪੈਰਾਗ੍ਰਾਫ ਪੜ੍ਹਨ ਤੋਂ ਬਾਅਦ ਉਹਨੇ ਸੈਂਟੈਂਸਸ ਪੜ੍ਹੇ ਆ, ਸੈਂਟੈਂਸਸ ਪੜ੍ਹਨ ਤੋਂ ਬਾਅਦ ਜਿਹੜੇ ਵਾਕਾਂਸ਼ ਹੁੰਦੇ ਨੇ ਉਹਨਾਂ ਨੂੰ, ਜਿਵੇਂ ਸਿਲੇਬਲਸ ਹੋ ਗਏ, ਉਹਨਾਂ ਨੂੰ ਪੜ੍ਹ ਰਿਹਾ, ਫਿਰ ਸ਼ਬਦਾਂ ਨੂੰ ਪੜ੍ਹ ਰਿਹਾ, ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹ ਰਿਹਾ, ਠੀਕ ਹੈ ਨਾ, ਵਾਕਾਂਸ਼ਾਂ ਨੂੰ, ਸ਼ਬਦਾਂ ਨੂੰ। ਸੋ ਇਹਦੇ ਨਾਲ ਜੋ ਵਾਕਾਂਸ਼ਾਂ ਨੂੰ ਕਲੌਜ਼ ਕਹਿੰਦੇ ਆ ਵੈਸੇ ਆਪਾਂ, ਠੀਕ ਹੈ ਨਾ, ਸ਼ਬਦਾਂ ਜਿਨ੍ਹਾਂ ਨਾਲ ਉਹ ਸੰਦੇਸ਼ ਬਣਿਆ ਦਾ ਵਿਸ਼ੇਸ਼ ਅਰਥ ਕੱਢ ਲੈਂਦਾ ਹੈ। ਇਹ ਕਿਹੜੀ ਅਪਰੋਚ ਹੈ? ਸੋ ਕੱਲ ਵੀ ਤੁਹਾਨੂੰ ਯਾਦ ਹੋਊਗਾ ਕਿ ਇਹ ਟੌਪ ਡਾਊਨ ਅਪਰੋਚ ਹੈ ਜਾਂ ਫਿਰ ਇਹ ਬਾਟਮ ਅਪ ਅਪਰੋਚ ਹੈ। ਬਾਟਮ ਅਪ ਅਪਰੋਚ ਦੇ ਵਿੱਚ ਆਪਾਂ ਕੀ ਕਰਦੇ ਹਾਂ, ਆਪਾਂ ਥੱਲਿਓਂ ਜਾਂਦੇ ਹਾਂ, ਠੀਕ ਹੈ ਨਾ। ਆਪਾਂ ਪਹਿਲਾਂ ਬੇਸਿਕ ਲੈਵਲ ਦੱਸਦੇ ਹਾਂ, ਜਿਵੇਂ ਕਿ ਪਹਿਲਾਂ ਧੁਨੀ ਬਾਰੇ ਦੱਸਾਂਗੇ, ਹਨਾ, ਉਸ ਤੋਂ ਬਾਅਦ ਆਪਾਂ ਅੱਖਰ ਦਾ ਗਿਆਨ ਦੇਵਾਂਗੇ, ਉਸ ਤੋਂ ਬਾਅਦ ਆਪਾਂ ਹਨਾ ਸ਼ਬਦਾਂਸ਼, ਫਿਰ ਸ਼ਬਦ, ਫਿਰ ਉਸ ਤੋਂ ਬਾਅਦ ਵਾਕਾਂਸ਼, ਫਿਰ ਵਾਕ ਦੇ ਬਾਰੇ ਆਪਾਂ ਗੱਲ ਦੱਸਾਂਗੇ। ਬਟ ਇਹ ਆਪੋਜ਼ਿਟ ਜਾ ਰਿਹਾ, ਠੀਕ ਹੈ ਨਾ, ਮਤਲਬ ਕਿ ਇਹ ਟੌਪ ਤੋਂ ਡਾਊਨ ਨਹੀਂ ਜਾ ਰਿਹਾ। ਸੋ ਇਹ ਕੀ ਹੈ, ਇਹ ਟੌਪ ਡਾਊਨ ਉਪ ਕੌਸ਼ਲ ਹੈ, ਠੀਕ ਹੈ ਨਾ। ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਅੱਜ ਦਾ ਆਪਣਾ 6th ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ
ਸਿੱਖਿਆਰਥੀਆਂ ਨੂੰ ਉਹਨਾਂ ਦੀ ਭਾਸ਼ਾ ਨੂੰ ਵਿਕਸਿਤ ਕਰਨ ਨੂੰ ਉਤਸ਼ਾਹਿਤ ਕਰਨ ਲਈ ਫੀਡਬੈਕ ਦੇਣ ਵਾਸਤੇ ਸਭ ਤੋਂ ਵੱਧ ਅਸਰਦਾਰ ਹੈ। ਵੇਖੋ ਇਹਦਾ ਕੀ ਜਵਾਬ ਹੋ ਸਕਦਾ ਹੈ। ਤੁਸੀਂ ਨਾ ਸਾਰੇ ਪਹਿਲਾਂ ਨੂੰ ਆਪਸ਼ਨਾਂ ਨੂੰ ਧਿਆਨ ਨਾਲ ਵੇਖਿਓ। ਉਸ ਤੋਂ ਬਾਅਦ ਕੀ ਕਹਿ ਰਿਹਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ, ਕਿਹੜਾ ਜਿਹੜਾ ਤਰੀਕਾ ਹੈ, ਸਿੱਖਿਆਰਥੀ ਕੌਣ ਹੁੰਦਾ, ਲਰਨਰਸ, ਵੀ ਉਹਨਾਂ ਦੀ ਜਿਹੜੀ ਭਾਸ਼ਾ ਨੂੰ ਵਿਕਸਿਤ ਕਰਨ ਲਈ, ਜਿਹੜੀ ਲੈਂਗੁਏਜ ਹੈ ਉਹਦੀ ਡਿਵੈਲਪਮੈਂਟ ਲਈ ਆਪਾਂ ਕੀ ਕਰਨਾ, ਉਤਸ਼ਾਹਿਤ ਕਰਨ ਲਈ ਜਿਹੜਾ ਫੀਡਬੈਕ ਦੇਣ ਵਾਸਤੇ ਸਭ ਤੋਂ ਵੱਧ ਅਸਰਦਾਰ, ਸਭ ਤੋਂ ਵੱਧ ਗੱਲ, ਮਤਲਬ ਕਿ ਅਸਰਦਾਰ ਸਾਰੇ ਹੋ ਸਕਦੇ ਆ ਬਟ ਆਪਾਂ ਸਾਰਿਆਂ ਨਾਲੋਂ ਵੱਧ ਅਸਰਦਾਰ ਕੁਐਸਚਨ ਹੈ ਜਿਹੜਾ ਆਪਸ਼ਨ ਹੈ ਉਹ ਲੱਭਦੇ ਆ। ਇੱਕ ਅਧਿਆਪਕ ਨੂੰ ਵਿਦਿਆਰਥੀਆਂ ਦੀਆਂ ਗਲਤੀਆਂ ਵੱਲ ਫੌਰੀ ਤੌਰ ਤੇ ਧਿਆਨ ਦਿਵਾਉਣਾ ਚਾਹੀਦਾ ਹੈ। ਮਤਲਬ ਛੇਤੀ ਤੋਂ ਛੇਤੀ, ਜਿਵੇਂ ਕਿ ਕੋਈ ਜੇ ਵਿਦਿਆਰਥੀ ਹੈ ਉਹ ਪਾਠ ਪੜ੍ਹਦਿਆਂ ਕੋਈ ਗਲਤੀ ਕਰ ਰਿਹਾ ਤੇ ਆਪਾਂ ਛੇਤੀ ਤੋਂ ਛੇਤੀ ਅਧਿਆਪਕ ਵੱਲ ਨਾ ਇਹਦਾ ਜਿਹੜਾ ਧਿਆਨ ਹੈ ਉਹ ਦਿਵਾਵਾਂਗੇ। ਜਾਂ ਫਿਰ ਆਪਸ਼ਨ ਨੰਬਰ 2, ਅਧਿਆਪਕ ਨੂੰ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਫੀਡਬੈਕ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਭਾਸ਼ਾ ਦੀ ਵਰਤੋਂ ਬਹੁਤ ਜ਼ਿਆਦਾ ਸੰਦੇਹਜਨਕ ਹੈ। ਸੰਦੇਹਜਨਕ ਤੋਂ ਭਾਵ ਇਹ ਹੈ ਕਿ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਬੋਲਣ ਦੇ ਵਿੱਚ, ਕਿ ਅਧਿਆਪਕ ਨੂੰ ਸਿਰਫ ਉਹਨਾਂ ਸਟੂਡੈਂਟ ਨੂੰ, ਮਤਲਬ ਕਿ ਕੁਝ ਸਿਲੈਕਟਿਵ ਸਟੂਡੈਂਟ ਦੀ ਜਿਹੜੀ ਗੱਲ ਹੈ ਉਹ ਇੱਥੇ ਕੀਤੀ ਜਾ ਰਹੀ ਹੈ। ਆਪਸ਼ਨ ਨੰਬਰ 3 ਦੀ ਜੇ ਮੈਂ ਗੱਲ ਕਰਾਂ, ਅਧਿਆਪਕ ਨੂੰ ਗਲਤੀਆਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਦਖਲਅੰਦਾਜ਼ੀ ਕਾਰਨ ਹੋਈਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰਕੇ ਗਲਤੀਆਂ ਦਰੁਸਤ ਕਰਨ ਦੀ ਇੱਕ ਯੋਜਨਾ ਹੈ ਉਹ ਬਣਾਉਣ ਦਾ ਜਿਹੜਾ ਫੈਸਲਾ ਹੈ ਉਹ ਕਰਨਾ ਚਾਹੀਦਾ ਹੈ। ਜਾਂ ਫਿਰ ਅਧਿਆਪਕ ਨੂੰ ਇਹ ਸੋਚਦਿਆਂ ਕਿ ਵਿਦਿਆਰਥੀਆਂ ਨੂੰ ਜਮਾਤ ਵਿੱਚ ਉਹਨਾਂ ਦੀਆਂ ਗਲਤੀਆਂ ਕੱਢਣੀਆਂ ਪਸੰਦ ਨਹੀਂ ਹੋਣਗੀਆਂ। ਠੀਕ ਹੈ, ਮਤਲਬ ਇਹ ਕਿ ਜਿਹੜੇ ਅਧਿਆਪਕ ਹੋਣਗੇ ਉਹਨੂੰ ਇਹ ਸੋਚਣਾ ਚਾਹੀਦਾ ਕਿ ਵਿਦਿਆਰਥੀ ਨੂੰ ਨਾ ਜਮਾਤ ਵਿੱਚ ਉਹਨਾਂ ਦੀਆਂ ਗਲਤੀਆਂ ਕੱਢਣੀਆਂ ਪਸੰਦ ਨਹੀਂ ਹੋਣਗੀਆਂ। ਜਾਂ ਫਿਰ ਇਹ ਸੋਚਣਾ ਚਾਹੀਦਾ ਹੈ ਵੀ ਕੀ ਕਰਨਾ ਚਾਹੀਦਾ, ਤੁਸੀਂ ਦੱਸੋ ਹੁਣ ਵੀ ਇੱਥੇ ਜੇ ਆਪਾਂ ਗੱਲ ਕਰੀਏ ਪਹਿਲੀ ਆਪਸ਼ਨ ਬਾਰੇ ਕਿ ਅਧਿਆਪਕ ਨੂੰ ਵਿਦਿਆਰਥੀ ਦੀਆਂ ਗਲਤੀਆਂ ਛੇਤੀ ਤੋਂ ਛੇਤੀ ਕੱਢਣੀਆਂ ਚਾਹੀਦੀਆਂ ਹਨ, ਤੇ ਮਤਲਬ ਇਹ ਵੀ ਆਪਾਂ ਨੂੰ ਕਦੇ ਕਦੇ ਗਲਤੀਆਂ ਵੀ ਬੱਚੇ ਦੀਆਂ ਨਜ਼ਰ ਅੰਦਾਜ਼ ਕਰਨੀਆਂ ਪੈਂਦੀਆਂ। ਕਿਉਂਕਿ ਫਿਰ ਬੱਚਾ ਤਾਂ ਕਦੇ ਬੋਲਣ ਦੀ ਵੀ ਨਹੀਂ ਕੋਸ਼ਿਸ਼ ਕਰਦਾ। ਜੇਕਰ ਤੁਸੀਂ ਕੋਈ ਬੱਚਾ ਮੰਨ ਲਓ ਹੈ ਨਾ, ਤੁਸੀਂ ਅੰਗਰੇਜ਼ੀ ਦੇ ਵੀ ਅਧਿਆਪਕ ਹੋ ਜਾਂ ਫਿਰ ਪੰਜਾਬੀ ਦੇ ਵੀ ਅਧਿਆਪਕ ਬਣਨ ਜਾ ਰਹੇ ਹੋ, ਤੇ ਤੁਸੀਂ ਬੱਚਾ ਜਦੋਂ ਪੜ੍ਹਨਾ ਸ਼ੁਰੂ ਕਰ ਰਿਹਾ, ਠੀਕ ਹੈ ਨਾ, ਤੁਸੀਂ ਉਹਨੂੰ ਪਹਿਲਾਂ ਹੀ ਟੋਕਤਾ ਕਿ ਹਾਂ ਬੱਚੇ ਇਹ ਗਲਤ ਹੈ, ਮਤਲਬ ਇੱਕ ਵਾਰ ਉਹਨੂੰ ਪੜ੍ਹਨ ਦਿੱਤਾ ਜਾਵੇ। ਠੀਕ ਹੈ ਨਾ, ਮਤਲਬ ਕਿ ਆਪਾਂ ਇੰਨੀ ਛੇਤੀ ਨਹੀਂ ਗਲਤੀਆਂ ਕੱਢਣੀਆਂ ਹੁੰਦੀਆਂ ਵੀ ਇਹ ਤਾਂ ਆਪਸ਼ਨ ਗਲਤ ਹੋ ਗਈ। ਆਪਸ਼ਨ ਨੰਬਰ 2 ਨੂੰ ਵੇਖੀਏ, ਨਾਲੇ ਇਹ ਗਲਤ ਤਾਂ ਹੋ ਰਹੀ ਹੈ ਇਹਦੇ ਵਿੱਚ ਕਿਉਂਕਿ ਹੋਰ ਵੀ ਬੈਟਰ ਜਵਾਬ ਹੈਗੇ ਆ। ਫਿਰ ਵੀ ਆਪਾਂ ਵੇਖਦੇ ਹਾਂ, ਅਧਿਆਪਕ ਨੂੰ ਸਿਰਫ ਉਹਨਾਂ ਵਿਦਿਆਰਥੀਆਂ, ਇੱਥੇ ਸਿਰਫ ਕੁਝ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ, ਇਹ ਕੁਐਸਚਨ ਆਪਸ਼ਨ ਤਾਂ ਗਲਤ ਹੋ ਗਈ। ਜੇਕਰ ਆਪਾਂ ਆਪਸ਼ਨ ਨੰਬਰ 3 ਨੂੰ ਵੇਖੀਏ, ਅਧਿਆਪਕ ਨੂੰ ਗਲਤੀਆਂ ਦਾ ਜਿਹੜਾ ਵਿਸ਼ਲੇਸ਼ਣ ਹੈ, ਐਨਾਲਾਈਸਿਸ ਹੈ, ਉਹ ਕਰਨਾ ਚਾਹੀਦਾ ਕਿ ਬੱਚੇ ਜੇ ਗਲਤੀਆਂ ਕਰ ਰਹੇ ਤੇ ਕਿਉਂ ਗਲਤੀਆਂ ਕਰ ਰਹੇ ਆ। ਉਹਦੇ ਵਿੱਚ ਫਿਰ ਵੇਖੋ ਕਿ ਉਹਨਾਂ ਦੀ ਜਿਹੜੀ ਮਾਤ ਭਾਸ਼ਾ ਦੇ ਵਿੱਚ ਦਖਲਅੰਦਾਜ਼ੀ ਕਾਰਨ ਹੋਈਆਂ, ਠੀਕ ਹੈ ਨਾ, ਵੀ ਉਹਦੇ ਵਿੱਚ ਇੰਟਰਫੇਰੈਂਸ ਨਾਲ ਮਦਰ ਟੰਗ ਦੇ ਵਿੱਚ ਜਿਹੜੀਆਂ ਗਲਤੀਆਂ ਕਰ ਰਿਹਾ ਬੱਚਾ, ਠੀਕ ਹੈ ਨਾ, ਉਹਨੂੰ ਤੁਸੀਂ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਗਲਤੀਆਂ ਨੂੰ ਜਿਹੜੀ ਸੁਧਾਰਨ ਦੀ ਜਿਹੜੀ ਤੁਸੀਂ ਪਲੈਨਿੰਗ ਹੈ ਉਹ ਤੁਸੀਂ ਬਣਾਉਣ ਦਾ ਜਿਹੜਾ ਫੈਸਲਾ ਹੈ ਉਹ ਤੁਸੀਂ ਕਰਨਾ ਹੈ ਬਤੌਰ ਟੀਚਰ। ਸੋ ਆਪਸ਼ਨ ਨੰਬਰ 3 ਕੀ ਹੈ ਜੀ, ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ। ਬਾਕੀ ਦੇ ਆਪਸ਼ਨ ਹੋ ਜਾਣਗੇ ਗਲਤ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਅਗਲੇ ਪ੍ਰਸ਼ਨ ਦੀ ਗੱਲ ਕਰੀਏ, ਪਾਠ ਪੁਸਤਕ ਤੋਂ ਪਾਰ ਜਾਣ ਦਾ ਅਰਥ ਕੀ ਹੈ। ਕੀ ਗੱਲ ਕਰ ਰਿਹਾ ਵੀ ਪਾਠ ਪੁਸਤਕ ਤੋਂ ਪਾਰ ਜਾਣ ਦਾ ਅਰਥ, ਮਤਲਬ ਕਿ ਜਿਹੜੀ ਲੈਂਗੁਏਜ ਹੈ ਨਾ, ਵੀ ਟੈਕਸਟ ਬੁੱਕਸ ਤੋਂ ਆਪਾਂ ਅਕ੍ਰੋਸ ਜਾਣਾ ਹੈ ਨਾ, ਪਾਠ ਪੁਸਤਕ ਦਾ ਜਿਹੜਾ ਪੱਧਰ ਹੈ ਉਸ ਤੋਂ ਥੋੜਾ ਜਿਹਾ ਉੱਚਾ ਉੱਠ ਕੇ ਪੜਾਉਣਾ। ਜਾਂ ਫਿਰ ਆਪਸ਼ਨ ਨੰਬਰ 2, ਪਾਠ ਪੁਸਤਕ ਤੋਂ ਇਲਾਵਾ ਵਾਧੂ ਸਰੋਤ ਦੇਣੇ। ਜਾਂ ਫਿਰ ਪਾਠ ਪੁਸਤਕ ਨੂੰ ਖਤਮ ਕਰਨਾ ਜ਼ਰੂਰੀ ਨਹੀਂ, ਵਿਦਿਆਰਥੀਆਂ ਦੇ ਬੌਧਿਕ ਪੱਧਰ ਤੋਂ ਵੱਧ ਪਾਠ ਪੁਸਤਕ ਦੀ ਜਿਹੜੀ ਕਠਿਨਾਈ ਹੈ ਉਹਦਾ ਪੱਧਰ ਹੋਣਾ। ਇਹਦਾ ਜਵਾਬ ਕੀ ਹੋ ਸਕਦਾ, ਪਾਠ ਪੁਸਤਕ ਤੋਂ ਪਾਰ ਜਾਣਾ। ਠੀਕ ਹੈ ਨਾ, ਮਤਲਬ ਪਾਠ ਪੁਸਤਕ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪਾਠ ਪੁਸਤਕ ਖਤਮ ਕਰਾਂਗੇ। ਆਪਸ਼ਨ ਨੰਬਰ 3 ਤਾਂ ਇਸ ਹਿਸਾਬ ਨਾਲ ਗਲਤ ਹੋ ਗਿਆ ਹੈ ਨਾ, ਵੀ ਜੇਕਰ ਇਹ ਗੱਲ ਹੋਣ ਲੱਗ ਗਈ ਪਾਠ ਪੁਸਤਕ ਦੀ ਖਤਮ ਕਰਨ ਦੀ, ਫਿਰ ਆਪਾਂ ਪੜਾਵਾਂਗੇ ਕੀ ਬੱਚਿਆਂ ਨੂੰ। ਠੀਕ ਹੈ ਨਾ, ਪਾਠ ਪੁਸਤਕਾਂ ਤਾਂ ਜ਼ਰੂਰੀ ਨੇ, ਬੋਰਿੰਗ ਬੇਸ਼ੱਕ ਹੋਣ, ਉਹਦੇ ਲਈ ਤਾਂ ਆਪਾਂ ਬਾਲ ਸਾਹਿਤ ਐਡ ਕਰਦੇ ਹਾਂ। ਸੋ ਆਪਸ਼ਨ ਨੰਬਰ ਇੱਥੇ ਜਿਹੜਾ ਸਹੀ ਜਵਾਬ ਹੈ ਵੀ ਪੱਧਰ ਤੋਂ ਥੋੜਾ ਜਿਹਾ ਉੱਚਾ ਉੱਠ ਕੇ ਪੜਾਉਣਾ, ਕੁਝ ਹੱਦ ਤੱਕ ਆਪਾਂ ਮੰਨ ਸਕਦੇ ਹਾਂ। ਬਟ ਜੇਕਰ ਤੁਸੀਂ ਆਪਸ਼ਨ ਨੰਬਰ 2 ਨੂੰ ਵੇਖਦੇ ਹੋ, ਪਾਠ ਪੁਸਤਕ ਤੋਂ ਇਲਾਵਾ ਵਾਧੂ ਜਿਹੜੇ ਸਰੋਤ ਹੈਗੇ ਆ, ਹੋਰ ਜਿਹੜੇ ਮਟੀਰੀਅਲ ਆ, ਸੋਰਸਸ ਆ, ਆਪਾਂ ਉਹ ਪ੍ਰੋਵਾਈਡ ਕਰਾਉਂਦੇ ਆ। ਟੈਕਸਟ ਬੁੱਕ, ਜਿਵੇਂ ਕਿ ਬਾਲ ਸਾਹਿਤ ਦੀ ਗੱਲ ਕੀਤੀ ਸੀ ਨਾ, ਵੀ ਟੈਕਸਟ ਬੁੱਕ ਦੇ ਨਾਲ ਨਾਲ ਆਪਾਂ ਉਹਨੂੰ ਬਾਲ ਸਾਹਿਤ ਪ੍ਰੋਵਾਈਡ ਕਿਉਂ ਕਰਾਉਂਦੇ ਆ, ਕਿਉਂਕਿ ਬੱਚਾ ਇੱਕ ਵਾਰ ਜਦੋਂ ਪੜ੍ਹਨਾ ਸ਼ੁਰੂ ਕਰ ਦੇਗਾ ਉਹਦਾ ਇੰਟਰਸਟ ਬਣ ਜਾਏਗਾ ਰੀਡਿੰਗ ਦੇ ਵਿੱਚ। ਜਦੋਂ ਰੀਡਿੰਗ ਦੇ ਵਿੱਚ ਇੰਟਰਸਟ ਬਣ ਗਿਆ ਤੇ ਉਹ ਟੈਕਸਟ ਬੁੱਕਸ ਤਾਂ ਪੜ੍ਹੇਗਾ ਹੀ ਪੜ੍ਹੇਗਾ। ਸੋ ਇਹਦਾ ਕੀ ਮਤਲਬ ਹੈ, ਪਾਠ ਪੁਸਤਕ ਤੋਂ ਪਾਰ ਜਾਣ ਦਾ ਮਤਲਬ ਇਹੀ ਹੈ। ਇਹਦਾ ਅਰਥ ਕੀ ਹੈ, ਪਾਠ ਪੁਸਤਕ ਤੋਂ ਇਲਾਵਾ ਹੋਰ ਵਾਧੂ ਜਿਹੜੇ ਸਰੋਤ ਹੈਗੇ ਆ ਉਹ ਦੇਣੇ। ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਭਾਸ਼ਾ ਵਿੱਚ ਇੱਕ ਪਾਠ ਪੜਾਉਂਦਿਆਂ ਇੱਕ ਅਧਿਆਪਨ ਵਿਗਿਆਨ ਤੇ ਸਮਾਜ ਵਿਗਿਆਨ ਵਿੱਚ ਅਧਿਆਇਆਂ ਦੀ ਵਰਤੋਂ ਕਰਦਾ ਹੈ। ਉਹ ਵਿਦਿਆਰਥੀਆਂ ਨੂੰ ਮਜ਼ਮੂਨ ਪੜ੍ਹਨ ਲਈ ਆਖਦਾ ਹੈ ਕਿਉਂਕਿ ਇਹ ਭਾਸ਼ਾ ਦੇ ਅਧਿਆਇ ਨਾਲ ਸੰਬੰਧਿਤ ਹੈ। ਅਜਿਹੀ ਪਹੁੰਚ ਨੂੰ ਕੀ ਕਿਹਾ ਜਾਵੇਗਾ। ਠੀਕ ਹੈ ਨਾ, ਅਜਿਹੀ ਪਹੁੰਚ ਨੂੰ
ਕੀ ਕਿਹਾ ਜਾਵੇਗਾ? ਚਲੋ ਵੇਖਦੇ ਹਾਂ ਇਹਦਾ ਕੀ ਜਵਾਬ ਹੋਊਗਾ। ਵੀ ਵੇਖੋ ਵੀ ਇੱਕ ਭਾਸ਼ਾ ਦਾ ਕੀ ਹੈ, ਭਾਸ਼ਾ ਵਿੱਚ ਇੱਕ ਪਾਠ ਪੜਾਉਂਦਿਆਂ ਵੀ ਨਾ ਕੀ ਹੈ, ਇੱਕ ਭਾਸ਼ਾ ਦਾ ਇੱਕ ਪਾਠ ਪੜਾਇਆ ਜਾ ਰਿਹਾ ਕਲਾਸ ਦੇ ਵਿੱਚ, ਅਧਿਆਪਨ ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ ਅਧਿਆਇ ਦੀ ਵੀ ਵਰਤੋਂ ਕਰਦਾ ਹੈ। ਠੀਕ ਹੈ ਨਾ, ਵੀ ਮਤਲਬ ਕਿ ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ ਵੀ, ਠੀਕ ਹੈ ਨਾ, ਇਹਨਾਂ ਦੇ ਵਿੱਚ ਮਤਲਬ ਕਿ ਵਰਤੋਂ ਕੀਤੀ ਜਾ ਰਹੀ ਹੈ। ਫਿਰ ਉਹ ਵਿਦਿਆਰਥੀਆਂ ਨੂੰ ਮਜ਼ਮੂਨ ਪੜਨ ਲਈ ਆਖਦਾ ਹੈ। ਮਜ਼ਮੂਨ ਤੁਸੀਂ ਕਾਈਂਡ ਆਫ ਰੈਫਰੈਂਸ ਬੁੱਕ ਕਹਿ ਸਕਦੇ ਹੋ, ਵੀ ਉਹ ਪੜਨ ਲਈ ਆਖ ਰਿਹਾ ਹੈ। ਸੋ ਕਿਉਂਕਿ ਇਹ ਭਾਸ਼ਾ ਦੇ ਅਧਿਆਇ ਨਾਲ ਸੰਬੰਧਿਤ ਹੈ, ਅਜਿਹੀ ਪਹੁੰਚ ਨੂੰ ਕੀ ਕਿਹਾ ਜਾਵੇਗਾ? ਕੀ ਇਹ ਅੰਤਰ ਅਨੁਸ਼ਾਸਨੀ ਪਹੁੰਚ ਹੈ, ਪਾਠਕ੍ਰਮ ਤੋਂ ਪਾਰ ਦੀ ਭਾਸ਼ਾ ਹੈ, ਜਾਂ ਫਿਰ ਅਨੇਕਵਾਦੀ ਭਾਸ਼ਾ ਅਧਿਆਪਨ ਹੈ, ਜਾਂ ਫਿਰ ਵਿਸ਼ਾ ਭਾਸ਼ਾ ਅਧਿਆਪਨ ਹੈ? ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਉਹ ਕੀ ਹੋਏਗਾ? ਇੱਥੇ ਤੁਹਾਡਾ ਸਹੀ ਜਵਾਬ ਹੈ ਆਪਸ਼ਨ ਨੰਬਰ 2, ਪਾਠਕ੍ਰਮ ਤੋਂ ਪਾਰ ਦੀ ਭਾਸ਼ਾ। ਠੀਕ ਹੈ ਨਾ, ਵੀ ਟੈਕਸਟ ਬੁੱਕ ਤੋਂ ਅਕ੍ਰੋਸ ਲੈਂਗੁਏਜ। ਠੀਕ ਹੈ ਨਾ, ਲੈਂਗੁਏਜ ਅਕ੍ਰੋਸ ਦਾ ਕਰਿਕੂਲਮ। ਸੋ ਆਪਸ਼ਨ ਨੰਬਰ 2 ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਸਿੱਖਿਆਰਥੀਆਂ ਨੂੰ ਕਿਸ ਦੇ ਯੋਗ ਬਣਾਉਣ ਲਈ ਬੋਲ ਕੌਸ਼ਲ ਦੀ ਬਿਹਤਰੀਨ ਉન્નਤੀ ਹੋ ਸਕਦੀ ਹੈ? ਮਤਲਬ ਇਹ ਕਿ ਜਿਹੜੇ ਲਰਨਰਸ ਹੈਗੇ ਨੇ, ਸਿੱਖਿਆਰਥੀ ਕੌਣ ਹੈ ਜੀ? ਲਰਨਰਸ। ਇਹਨਾਂ ਨੂੰ ਕਿਸ ਦੇ ਯੋਗ ਬਣਾਉਣ ਲਈ, ਠੀਕ ਹੈ ਨਾ, ਸਿੱਖਿਆਰਥੀਆਂ ਨੂੰ ਕਿਸ ਦੇ ਯੋਗ ਬਣਾਉਣ ਲਈ ਬੋਲ ਕੌਸ਼ਲ ਦੀ ਬਿਹਤਰੀਨ ਉન્નਤੀ ਹੋ ਸਕਦੀ ਹੈ? ਚੁਣੌਤੀ ਭਰਪੂਰ ਅਤੇ ਜਟਿਲ ਪਾਠ ਨੂੰ ਪੜ੍ਹਨ ਦੇ, ਅਧਿਆਪਕ ਵੱਲੋਂ ਦਿੱਤੇ ਗਏ ਉਚਾਰਨ ਮਾਡਲ ਨੂੰ ਸੁਣ ਕੇ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਨੂੰ ਸੰਚਾਰਿਤ ਕਰਨ ਦੇ, ਜਾਂ ਫਿਰ ਬੋਲਣ ਸਮੇਂ ਸਾਰੀਆਂ ਗਲਤੀਆਂ ਤੋਂ ਬਚਣ ਦੇ। ਠੀਕ ਹੈ ਨਾ, ਸੋ ਇੱਥੇ ਤੁਹਾਡਾ ਸਹੀ ਜਵਾਬ ਕੀ ਹੋ ਸਕਦਾ ਹੈ? ਸੋ ਇੱਥੇ ਗੱਲ ਕੀ ਕੀਤੀ ਜਾ ਰਹੀ ਹੈ? ਸਿੱਖਿਆਰਥੀਆਂ ਨੂੰ ਮਤਲਬ ਨਾ ਕਿ ਯੋਗ ਬਣਾਉਣ ਲਈ ਆਪਾਂ ਨਾ ਬੋਲ ਕੌਸ਼ਲ ਨੂੰ ਬਿਹਤਰੀਨ, ਮਤਲਬ ਸਮਝ ਲਓ ਕਿ ਉਹਨਾਂ ਦੀ ਜਿਹੜੀ ਸਪੀਕਿੰਗ ਸਕਿੱਲ ਹੈ ਨਾ, ਉਹ ਆਪਾਂ ਸੁਧਾਰਨੀ ਆ ਬੱਚਿਆਂ ਦੀਆਂ। ਠੀਕ ਹੈ, ਤੇ ਉਹ ਆਪਾਂ ਕਿਵੇਂ ਸੁਧਾਰ ਸਕਦੇ ਹਾਂ? ਆਪਾਂ ਉਦੋਂ ਹੀ ਸੁਧਾਰ ਸਕਦੇ ਹਾਂ ਜੇਕਰ ਪਹਿਲੀ ਆਪਸ਼ਨ ਨੂੰ ਵੇਖੀਏ, ਵੀ ਚੁਣੌਤੀ ਭਰਪੂਰ ਅਤੇ ਜਟਿਲ ਪਾਠ ਨੂੰ ਪੜ੍ਹਨ ਲਈ ਕਹਿ ਕੇ। ਠੀਕ ਹੈ ਨਾ, ਇਹ ਕੁਝ ਹੱਦ ਤੱਕ ਸਹੀ ਹੋ ਸਕਦਾ, ਬਟ ਆਪਾਂ ਵੇਖਦੇ ਹਾਂ ਅਧਿਆਪਕ ਵੱਲੋਂ ਦਿੱਤੇ ਗਏ ਉਚਾਰਨ ਮਾਡਲ ਨੂੰ ਸੁਣਨ ਦੇ। ਠੀਕ ਹੈ ਨਾ, ਸਿਰਫ ਇਹ ਕਰਨ ਤੋਂ ਬਾਅਦ ਹੀ ਬੱਚਿਆਂ ਦਾ ਆਪਾਂ ਕੀ ਕਹਿ ਲਓ ਵੀ ਸਪੀਕਿੰਗ ਸੁਧਾਰ ਸਕਦੇ ਹਾਂ? ਨਹੀਂ। ਕਿਉਂ? ਕਿਉਂਕਿ ਬੱਚਿਆਂ ਨੂੰ ਆਪਾਂ ਵੀ ਤਾਂ ਬੋਲਣ ਦਾ ਮੌਕਾ ਦੇਣਾ ਨਾ। ਤੇ ਇਹ ਆਪਸ਼ਨ ਕਿੱਥੇ ਫਿੱਟ ਬੈਠ ਰਹੀ ਹੈ? ਆਪਸ਼ਨ ਨੰਬਰ 3 ਤੇ, ਕਿ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਨੂੰ ਸੰਚਾਰਿਤ ਕਰਨ ਦੇ ਨਾਲ। ਠੀਕ ਹੈ ਨਾ, ਮਤਲਬ ਇਹ ਕਿ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਮੰਨ ਲਓ ਕਿ ਟੇਬਲ ਤੇ ਆਪਾਂ ਕੋਈ ਚੀਜ਼ ਰੱਖਤੀ, ਕੋਈ ਐਪਲ ਰੱਖਤਾ, ਆਪਣੀ ਕਲਾਸਰੂਮ ਦੀ ਗੱਲ ਕਰ ਰਹੇ ਹਾਂ, ਜਾਂ ਫਿਰ ਕੋਈ ਚੇਅਰ ਇੱਧਰ ਤੋਂ ਇੱਧਰ ਕਰਤੀ, ਆਪਾਂ ਕਹਾਂਗੇ ਕਿ ਹਾਂ ਵੀ ਬੱਚਿਓ ਇਹਦੀ ਨਾ ਤੁਸੀਂ ਟਰਾਂਸਲੇਸ਼ਨ ਕਰੋ, ਇਹਨੂੰ ਬੋਲ ਕੇ ਵਿਖਾਓ ਇਸ ਸਿਚੁਏਸ਼ਨ ਨੂੰ। ਜਾਂ ਫਿਰ ਆਪਾਂ ਉਹਨੂੰ ਕੋਈ ਇਹੋ ਜਿਹੀ ਸਿਚੁਏਸ਼ਨ ਦੇ ਦੇਵਾਂਗੇ ਕਿ ਹਾਂ ਵੀ ਬੱਚੇ ਨੂੰ ਪਿਆਸ ਲੱਗੀ ਆ, ਹੁਣ ਤੂੰ ਦੱਸ ਵੀ ਕਲਾਸ ਦੇ ਵਿੱਚ ਤੂੰ ਬਾਹਰ ਜਾਣਾ, ਤੂੰ ਕਿਵੇਂ ਬੋਲ ਕੇ ਜਾਏਂਗਾ? ਮਤਲਬ ਕਿ ਆਪਾਂ ਉਹਨੂੰ ਬੋਲਣ ਦਾ ਮੌਕਾ ਦੇਣਾ, ਕਿਸ ਬੇਸ ਦੇ? ਸਿਚੁਏਸ਼ਨ ਦੇ ਬੇਸ ਤੇ। ਸੋ ਇਹਦੇ ਨਾਲ ਕੀ ਹੋਏਗਾ ਵੀ ਉਹਦਾ ਜਿਹੜਾ ਬੋਲ ਕੌਸ਼ਲ ਹੈ ਨਾ, ਸਪੀਕਿੰਗ ਸਕਿੱਲ ਹੈ, ਉਹਦੇ ਵਿੱਚ ਪ੍ਰੋਗਰੈਸ ਹੋ ਸਕਦੀ ਹੈ, ਉਹਦੇ ਵਿੱਚ ਡਿਵੈਲਪਮੈਂਟ ਹੋ ਸਕਦੀ ਹੈ, ਉન્નਤੀ ਹੋ ਸਕਦੀ ਹੈ। ਸੋ ਆਪਸ਼ਨ ਨੰਬਰ 3 ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਜੇ ਆਪਸ਼ਨ ਨੰਬਰ 3 ਨਾ ਹੁੰਦਾ ਤੇ ਆਪਸ਼ਨ ਨੰਬਰ 2 ਤੇ ਆਪਾਂ ਜਾ ਸਕਦੇ ਸੀਗੇ, ਪਰ ਜਟਿਲ ਵਰਡ ਥੋੜਾ ਜਿਹਾ ਕਹਿ ਲਓ ਨਾ ਵੀ ਇਹ ਨੈਗੇਟਿਵ ਟਾਈਪ ਆਪਾਂ ਮੰਨ ਲੈਂਦੇ ਆ। ਬਟ ਜੇਕਰ ਚੁਣੌਤੀ ਭਰਪੂਰ ਜੇ ਆਪਾਂ ਬੱਚੇ ਨੂੰ ਟਾਸਕ ਦਈਏ, ਕਿਉਂਕਿ ਆਪਾਂ ਪੈਡਾਗੋਜੀ ਦੇ ਵਿੱਚ ਆਪਾਂ ਬੱਚਿਆਂ ਨੂੰ ਚੁਣੌਤੀ ਭਰਪੂਰ ਟਾਸਕ ਦੇਣੇ ਹੁੰਦੇ ਆ ਤਾਂ ਕਿ ਕੀ ਕਰ ਸਕਣ, ਕਿ ਚੈਲੰਜਿੰਗ ਟਾਸਕ। ਠੀਕ ਹੈ ਨਾ, ਕਿ ਬੱਚੇ ਮਤਲਬ ਉਹਨੂੰ ਫਿਰ ਚੰਗੀ ਤਰ੍ਹਾਂ ਕਰ ਸਕਣ। ਠੀਕ ਹੈ ਨਾ, ਇੱਥੇ ਜਿਹੜਾ ਸਹੀ ਜਵਾਬ ਹੈ ਕੀ ਹੈ? ਅਸਲ ਜ਼ਿੰਦਗੀ ਦੀਆਂ ਸਥਿਤੀਆਂ ਨੂੰ ਸੰਚਾਰਿਤ ਕਰਨ ਦੇ। ਆਪਸ਼ਨ ਨੰਬਰ 3 ਨਾਲ ਚੱਲਾਂਗੇ। ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਵਿਆਕਰਣ ਦੀ ਸਿੱਖਿਆ ਸਿੱਖਿਆਰਥੀਆਂ ਨੂੰ ਕਿਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ? ਠੀਕ ਹੈ ਨਾ, ਵਿਆਕਰਣ ਦੀ ਸਿੱਖਿਆ। ਠੀਕ ਹੈ ਨਾ, ਵਿਆਕਰਣ ਦੀ ਸਿੱਖਿਆ ਮਤਲਬ ਕਿ ਸਮਝ ਲਓ ਗ੍ਰਾਮਰ ਟੀਚਿੰਗ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਗ੍ਰਾਮਰ ਦੀ ਟੀਚਿੰਗ ਹੈ, ਸਿੱਖਿਆਰਥੀ ਕੌਣ ਹੈ? ਲਰਨਰਸ, ਜਿਹੜੇ ਬੱਚੇ ਹੈਗੇ ਆ, ਪਿਊਪਲਸ ਜਾਂ ਫਿਰ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਕਿ ਮਤਲਬ ਕਿ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਕਿਹਦੇ ਵਿੱਚ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦੀ ਹੈ? ਸਾਖਰਤਾ, ਭਾਵ ਲਿਟਰੇਸੀ ਰੇਟ, ਲਿਟਰੇਸੀ ਕਹਿ ਲਓ, ਜਾਂ ਫਿਰ ਹੈ ਨਾ ਸ਼ੁੱਧਤਾ, ਮਤਲਬ ਐਕੂਰੇਸੀ ਵੀ ਹੈ ਨਾ, ਜਿਵੇਂ ਕਿ ਤੁਸੀਂ ਸੈਂਟੈਂਸ ਐਕੂਰੇਟਲੀ ਕੋਈ ਵੀ ਬੋਲਦੇ ਹੋ, ਜਾਂ ਫਿਰ ਰਵਾਨੀ। ਰਵਾਨੀ ਕੀ ਹੁੰਦੀ ਹੈ? ਫਲੂਐਂਸੀ। ਕੱਲ ਵੀ ਆਪਾਂ ਇੱਕ ਫਲੂਐਂਸੀ ਦੀ ਗੱਲ ਕੀਤੀ ਸੀਗੀ। ਠੀਕ ਹੈ ਨਾ, ਸੋ ਜਾਂ ਫਿਰ ਸ਼ਬਦ ਭੰਡਾਰ। ਸੋ ਇੱਥੇ ਤੁਹਾਡਾ ਕੀ ਜਵਾਬ ਹੋਏਗਾ? ਜੇਕਰ ਆਪਾਂ ਗ੍ਰਾਮਰ ਬੱਚਿਆਂ ਨੂੰ ਸਿਖਾ ਰਹੇ ਹਾਂ, ਅੰਗਰੇਜ਼ੀ ਵਿੱਚ ਵੀ ਆਪਾਂ ਬੱਚਿਆਂ ਨੂੰ ਗ੍ਰਾਮਰ ਸਿਖਾਉਂਦੇ ਹਾਂ, ਕਿਉਂ ਸਿਖਾਉਂਦੇ ਹਾਂ? ਸੈਂਟੈਂਸਸ ਦੇ ਵਿੱਚ ਐਕੂਰੇਸੀ ਲਈ, ਸ਼ੁੱਧਤਾ ਲਈ। ਸੋ ਆਪਸ਼ਨ ਨੰਬਰ 2 ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਂਸਰ। ਰਵਾਨੀ ਜਵਾਬ ਕਿਉਂ ਨਹੀਂ ਹੋ ਸਕਦਾ? ਕਿਉਂਕਿ ਰਵਾਨੀ ਦੇ ਵਿੱਚ ਆਪਾਂ ਖੁਦ ਨੂੰ ਐਕਸਪ੍ਰੈਸ ਕਰਦੇ ਹਾਂ। ਠੀਕ ਹੈ ਨਾ, ਮਤਲਬ ਫਲੂਐਂਸੀ ਹੁੰਦੀ ਆ ਆਪਦੇ ਆਪ ਚ, ਫਲੂਐਂਸੀ ਨੂੰ ਆਪਾਂ ਕਹਿੰਦੇ ਆ ਰਵਾਨੀ। ਠੀਕ ਹੈ ਨਾ, ਬਟ ਕੋਈ ਜ਼ਰੂਰੀ ਨਹੀਂ ਕਿ ਗ੍ਰਾਮੈਟਿਕਲੀ ਬੰਦਾ ਸਹੀ ਹੋਵੇ ਜੇ ਉਹਦੀ ਫਲੂਐਂਸੀ ਹੈਗੀ ਆ ਬਹੁਤ ਵਧੀਆ। ਠੀਕ ਹੈ ਨਾ, ਸੋ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਭਾਸ਼ਾ ਦਾ ਇੱਕ ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੇ ਆਪਣੇ ਅਗਲੇ ਸਾਥੀ ਨੂੰ ਵਰਖਾ ਦੇ ਦਿਨ ਦਾ ਅਨੁਭਵ ਦੱਸਣ ਲਈ ਕਹਿੰਦਾ ਹੈ। ਇਹ ਅਭਿਆਸ ਨਾਲ ਕੀ ਹੋਵੇਗਾ? ਮੰਨ ਲਓ ਇੱਕ ਲੈਂਗੁਏਜ ਦਾ ਟੀਚਰ ਹੈ, ਉਹ ਜਿਹੜੇ ਬੱਚੇ ਹੈਗੇ ਆ ਉਹ ਕਹਿ ਰਹੇ ਆ ਨਾ ਕਿ ਜਿਵੇਂ ਕੱਲ ਮੀਂਹ ਪਿਆ ਹੋਣਾ, ਮੰਨ ਲਓ ਵੀ ਹੈ ਨਾ, ਉਹ ਵਿਦਿਆਰਥੀਆਂ ਨੂੰ ਕਹਿ ਰਿਹਾ ਕਿ ਤੁਸੀਂ ਇੰਜ ਕਰੋ ਵੀ ਹੈ ਨਾ, ਕੱਲ ਮੀਂਹ ਪਿਆ ਸੀ ਨਾ,
ਵੀ ਤੁਸੀਂ ਇੰਜ ਕਰੋ ਕਿ ਆਪ ਦਾ ਜਿਹੜਾ ਮੀਂਹ ਪੈਣ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਨਾ ਉਹ ਸ਼ੇਅਰ ਕਰੋ ਸਾਡੇ ਨਾਲ, ਉਹਨੂੰ ਲਿਖ ਕੇ ਦੱਸੋ। ਸੋ ਇਹ ਜਿਹੜੀ ਐਕਸਰਸਾਈਜ਼ ਹੈ, ਜਿਹੜਾ ਉਹਨੂੰ ਟਾਸਕ ਦਿੱਤਾ ਜਾ ਰਿਹਾ, ਸੋ ਇਹਦੇ ਨਾਲ ਕੀ ਹੋਵੇਗਾ, ਆਪਸ਼ਨ ਨੂੰ ਪੜੋ ਤੇ ਜਵਾਬ ਦਿਓ। ਉਹਨਾਂ ਦੇ ਦੱਸਣ ਸਮੇਂ ਜਮਾਤ ਵਿੱਚ ਸ਼ੋਰ ਸ਼ਰਾਬਾ ਹੋਵੇਗਾ। ਜਦੋਂ ਇਹ ਗੱਲਾਂ ਦੱਸਣਗੇ ਮਤਲਬ ਆਪਦੇ ਜਿਹੜਾ ਬਰਸਾਤ ਦਾ, ਮੀਂਹ ਦਾ, ਵਰਖਾ ਦਾ ਵੀ ਜਿਹੜਾ ਅਨੁਭਵ ਹੈ ਉਹ ਜਦੋਂ ਦੱਸਣਗੇ ਤੇ ਉਹਦੇ ਨਾਲ ਕਲਾਸ ਦੇ ਵਿੱਚ ਬਹੁਤ ਸ਼ੋਰ ਸ਼ਰਾਬਾ ਹੋਵੇਗਾ। ਕੀ ਇਹ ਜਵਾਬ ਨਾਲ ਤੁਸੀਂ ਸਹਿਮਤ ਹੋ? ਜਾਂ ਫਿਰ ਆਪਸ਼ਨ ਨੰਬਰ 2, ਉਹਨਾਂ ਦੇ ਵਿਚਾਰਾਂ ਦਾ ਜ਼ੁਬਾਨੀ ਪ੍ਰਗਟਾਵਾ ਉન્નਤ ਹੋਵੇਗਾ। ਵੀ ਜਿਹੜੇ ਉਹਨਾਂ ਦੇ ਵਿਚਾਰ ਨੇ, ਜਿਹੜੇ ਥਾਟਸ ਨੇ, ਉਹ ਕੀ ਹੋਣਗੇ, ਉਹਨਾਂ ਦੇ ਵਿੱਚ ਪ੍ਰੋਗਰੈਸ ਤੁਹਾਨੂੰ ਜਿਹੜੀ ਹੈ ਉਹ ਵੇਖਣ ਨੂੰ ਮਿਲੇਗੀ। ਜਾਂ ਫਿਰ ਜਮਾਤ ਵਿਚਲਾ ਅਨੁਸ਼ਾਸਨ ਜਿਹੜਾ ਹੈ ਉਹ ਭੰਗ ਹੋਵੇਗਾ। ਜਾਂ ਫਿਰ ਆਪਸ਼ਨ ਨੰਬਰ 4, ਪਾਠ ਪੁਸਤਕ ਦੀ ਜਿਹੜੀ ਪੜ੍ਹਤ ਵਾਲੀ ਜਿਹੜੀ ਬੋਰੀਅਤ ਹੈ ਉਹ ਖਤਮ ਹੋਵੇਗੀ। ਠੀਕ ਹੈ ਨਾ, ਬੋਰੀਅਤ ਨਾਲ ਚਲੋ ਠੀਕ ਆ, ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ, ਬਟ ਆਪਸ਼ਨ ਨੰਬਰ ਜੇ ਆਪਾਂ 2 ਨੂੰ ਵੇਖੀਏ ਵੀ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਆ, ਉਹਨਾਂ ਦਾ ਜਿਹੜਾ ਜ਼ੁਬਾਨੀ ਪ੍ਰਗਟਾਵਾ ਹੈ ਉਹਦੇ ਵਿੱਚ ਉન્નਤੀ ਤੁਹਾਨੂੰ ਜਿਹੜੀ ਹੈ ਉਹ ਵੇਖਣ ਨੂੰ ਮਿਲੇਗੀ, ਮਤਲਬ ਪ੍ਰੋਗਰੈਸ ਉਹਦੇ ਵਿੱਚ ਵੇਖਣ ਨੂੰ ਮਿਲੇਗੀ। ਠੀਕ ਹੈ ਨਾ, ਕਿਉਂਕਿ ਜੇਕਰ ਬੱਚਾ ਜਾਂ ਫਿਰ ਜਿਹੜਾ ਵੀ ਸਾਥੀ ਹੈ ਵੀ ਉਹ ਕੀ ਕਰ ਰਿਹਾ, ਉਹ ਆਪ ਦਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਨਾ, ਐਕਸਪੀਰੀਅੰਸ ਤਾਂ ਕਿਤੇ ਉਹ ਵੇਖ ਕੇ ਤਾਂ ਲਿਖੇਗਾ ਨਹੀਂ, ਉਹ ਆਪਦੇ ਵੱਲੋਂ ਲਿਖੇਗਾ। ਸੋ ਇਹਦੇ ਨਾਲ ਜਿਹੜੇ ਉਹਦੇ ਹਾਵ ਭਾਵ ਹੋਣਗੇ, ਐਕਸਪ੍ਰੈਸ਼ਨ ਹੋਣਗੇ, ਉਹਨਾਂ ਨੂੰ ਬਹੁਤ ਹੀ ਕਲੀਅਰਲੀ ਐਕਸਪ੍ਰੈਸ ਕਰ ਸਕਦਾ ਉਹ। ਸੋ ਆਪਸ਼ਨ ਨੰਬਰ 2 ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਨੂੰ ਵੇਖ ਲੈਂਦੇ ਹਾਂ। ਲਿਖਤ ਦੀ ਅਸਲੀ ਪਹੁੰਚ ਵਿੱਚ ਸ਼ਾਮਿਲ ਹੁੰਦਾ ਹੈ। ਇੱਥੇ ਲਿਖਤ ਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ ਨਾ, ਮਤਲਬ ਸਮਝ ਲਓ ਵੀ ਤੁਸੀਂ ਕੁਝ ਲਿਖ ਰਹੇ ਹੋ। ਠੀਕ ਹੈ ਨਾ, ਇਹਦੇ ਵਿੱਚ ਕੀ ਹੋਏਗਾ, ਸੰਪਾਦਨ, ਬ੍ਰੇਨਸਟਾਰਮਿੰਗ, ਦੁਹਰਾਉਣਾ ਤੇ ਡਰਾਫਟਿੰਗ। ਸੋ ਇਹਨਾਂ ਨੂੰ ਤੁਹਾਨੂੰ ਮੈਂ ਨਾ ਕੁਝ ਸਕਿੰਟ ਦਿੰਨਾ, ਤੁਸੀਂ ਇੱਕ ਵਾਰ ਵੀਡੀਓ ਪੌਜ਼ ਕਰੋ ਤੇ ਇਹਨੂੰ ਸੋਚ ਕੇ ਮਾੜਾ ਜਾ ਵੀ ਆਪਸ਼ਨ ਦੱਸੋ ਵੀ ਕਿਹੜਾ ਜਵਾਬ ਇੱਥੇ ਸਹੀ ਹੋਵੇਗਾ। ਸੋ ਇੱਥੇ ਵੇਖਦੇ ਆ, ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ। ਪਹਿਲਾਂ ਤਾਂ ਇਹ ਵੇਖੋ ਵੀ ਬ੍ਰੇਨਸਟਾਰਮਿੰਗ ਕੀ ਹੁੰਦੀ ਹੈ। ਮੈਂ ਚਲੋ ਤੁਹਾਨੂੰ ਸਿੱਧਾ ਇਹਦਾ ਜਵਾਬ ਹੀ ਦੇ ਦਿੰਨਾ ਵੀ ਇਹਦਾ ਜਿਹੜਾ ਜਵਾਬ ਹੈ ਨਾ ਉਹ ਹੋਏਗਾ 4, BDCA। ਇਹਨੂੰ ਮੈਂ ਐਕਸਪਲੇਨ ਕਰ ਦਿੰਨਾ। ਸਰ ਨਾਲ ਪਹਿਲਾਂ ਆਏਗਾ ਬ੍ਰੇਨਸਟਾਰਮਿੰਗ। ਠੀਕ ਹੈ ਨਾ, ਬ੍ਰੇਨਸਟਾਰਮਿੰਗ ਤੇ ਮੈਂ ਪਹਿਲਾਂ ਲਗਾ ਦਿੰਨਾ ਇੱਕ ਟਿਕ। ਠੀਕ ਹੈ ਨਾ, ਫਸਟ ਆਏਗਾ। ਕਿਉਂ ਆਏਗਾ ਬ੍ਰੇਨਸਟਾਰਮਿੰਗ? ਪਹਿਲਾਂ ਤਾਂ ਇਹ ਵੇਖੋ ਵੀ ਬ੍ਰੇਨਸਟਾਰਮਿੰਗ ਹੁੰਦੀ ਕੀ ਹੈ। ਮੰਨ ਲਓ ਕਿ ਕੋਈ ਪ੍ਰੋਬਲਮ ਸੀਗੀ, ਠੀਕ ਹੈ ਨਾ, ਕੋਈ ਪ੍ਰੋਬਲਮ ਸੀ ਤੇ ਮੈਂ ਕੀ ਕੀਤਾ ਵੀ ਮੈਂ ਨਾ ਤੁਹਾਨੂੰ ਕਿਹਾ ਕਿ ਬਈ ਤੁਸੀਂ, ਮੈਂ ਕੋਈ ਤੁਹਾਨੂੰ ਇੱਕ ਪ੍ਰੋਬਲਮ ਦੱਸਤੀ, ਤੁਹਾਨੂੰ ਕਿਹਾ ਵੀ ਤੁਸੀਂ ਸਾਰੇ ਜਾਣੇ ਬੈਠ ਕੇ ਤੁਸੀਂ ਆਈਡੀਆਜ਼ ਲਿਖੋ ਇਹਨੂੰ ਸੋਲਵ ਕਰਨ ਦੇ। ਸੋ ਮਤਲਬ ਤੁਸੀਂ ਸਾਰੇ ਜਾਣੇ ਰਲ ਕੇ ਆਪ ਦਾ ਦਿਮਾਗ ਲਗਾ ਰਹੇ ਹੋ। ਠੀਕ ਹੈ ਨਾ, ਦਿਮਾਗ ਲਗਾਉਣ ਤੋਂ ਬਾਅਦ ਉਸ ਦਾ ਜਿਹੜਾ ਆਈਡੀਆਜ਼ ਹੈਗੇ ਨੇ ਤੁਸੀਂ ਉਹ ਲਿਖੋਗੇ। ਠੀਕ ਹੈ ਨਾ, ਉਹ ਜਦੋਂ ਆਈਡੀਆਜ਼ ਵਗੈਰਾ ਲਿਖ ਲੈਣੇ ਹੋ, ਇਹਨੂੰ ਤੁਸੀਂ ਕੀ ਕਹੋਗੇ, ਇਹਨੂੰ ਕਹੋਗੇ ਤੁਸੀਂ ਬ੍ਰੇਨਸਟਾਰਮਿੰਗ। ਠੀਕ ਹੈ ਨਾ, ਮਤਲਬ ਕਿ ਤੁਹਾਨੂੰ ਜੇ ਮੈਂ ਕੋਈ ਕਹਿਤਾ ਵੀ ਤੁਸੀਂ ਐਸੇ ਲਿਖਣਾ, ਤੁਸੀਂ ਪਹਿਲਾਂ ਸੋਚ ਵਿਚਾਰ ਕਰੋਗੇ ਨਾ, ਫਿਰ ਹੀ ਤੁਸੀਂ ਬ੍ਰੇਨਸਟਾਰਮਿੰਗ ਕਰ ਰਹੇ ਹੋ ਮਤਲਬ। ਠੀਕ ਹੈ ਨਾ, ਸੋ ਬ੍ਰੇਨਸਟਾਰਮਿੰਗ ਤਾਂ ਆਏਗਾ ਪਹਿਲੇ ਤੇ, ਮਤਲਬ ਕਿ ਆ ਵੇਖੋ ਇੱਥੇ ਆ ਗਿਆ B ਤੋਂ ਬਾਅਦ ਕੀ ਆਏਗਾ D, ਡਰਾਫਟਿੰਗ ਹੋਏਗੀ। ਠੀਕ ਹੈ ਨਾ, ਤੇ ਇਹ ਮੈਂ ਇਹ ਵੀ ਦੱਸਦਾ ਜਿਹੜਾ ਬ੍ਰੇਨਸਟਾਰਮਿੰਗ ਜਿਹੜਾ ਮੈਥਡ ਹੈ ਨਾ, ਇਹ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ, ਇਹ ਐਲੈਕਸ ਔਸਬਰਨ ਨੇ ਦਿੱਤਾ ਸੀਗਾ। ਕਿਹਨੇ ਦਿੱਤਾ ਸੀ? ਐਲੈਕਸ, ALEXOSBURN। ਠੀਕ ਹੈ ਨਾ, BORN, ਐਲੈਕਸ ਔਸਬਰਨ। ਠੀਕ ਹੈ ਨਾ, ਐਲੈਕਸ ਔਸਬਰਨ ਨੇ ਇਹ ਜਿਹੜਾ ਮੈਥਡ ਹੈ ਉਹਦੇ ਦੁਆਰਾ ਦਿੱਤਾ ਗਿਆ ਸੀਗਾ। ਇਸ ਤੋਂ ਬਾਅਦ ਹੋਏਗੀ ਡਰਾਫਟਿੰਗ। ਠੀਕ ਹੈ ਨਾ, ਮਤਲਬ ਕਿ ਇੱਕ ਡਰਾਫਟ ਟਾਈਪ ਨਹੀਂ ਬਣਾ ਲੈਂਦੇ ਹੁੰਦੇ ਹੋ, ਮਤਲਬ ਕਈ ਵਾਰ ਤੁਸੀਂ ਫਾਰਮ ਵੀ ਭਰਦੇ ਹੁੰਦੇ ਹੋ ਵੀ ਜਦੋਂ ਫਾਰਮ ਤੁਸੀਂ ਭਰਨਾ ਹੁੰਦਾ ਵੀ ਉਹ ਮਤਲਬ ਕਿ ਉਹ ਪੱਕੀ ਕਾਪੀ ਨਹੀਂ ਹੁੰਦੀ ਉਹ। ਠੀਕ ਹੈ ਨਾ, ਮਤਲਬ ਉਹ ਫਾਈਨਲ ਸਬਮਿਟ ਨਹੀਂ ਹੁੰਦਾ, ਮਤਲਬ ਉਹ ਐਜ਼ ਆ ਨਾ ਜਿੰਨੀ ਤੁਸੀਂ ਇਨਫੋਰਮੇਸ਼ਨ ਪਹਿਲਾਂ ਭਰ ਦਿੱਤੀ ਹੁੰਦੀ ਹੈ, ਮਤਲਬ ਕਿ ਜਿੰਨਾ ਤੁਸੀਂ ਲਿਖ ਲਿਆ, ਠੀਕ ਹੈ ਨਾ, ਉਹਨੂੰ ਤੁਸੀਂ ਇੱਕ ਵਾਰ ਵੈਸੇ ਰਫਲੀ ਉਹ ਡਰਾਫਟ ਟਾਈਪ ਬਣਾ ਲੈਂਦੇ ਹੋ। ਠੀਕ ਹੈ ਨਾ, ਉਸ ਤੋਂ ਬਾਅਦ ਡਰਾਫਟਿੰਗ ਆ ਗਿਆ, ਮਤਲਬ ਇਹ ਦੂਜੇ ਨੰਬਰ ਤੇ। ਇਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ, C ਆਪਸ਼ਨ ਤੇ, ਮਤਲਬ ਕਿ ਉਹਨੂੰ ਦੁਹਰਾਉਂਦੇ ਹੋ, ਹੈ ਨਾ, ਕਿਤੇ ਕੋਈ ਮਿਸਟੇਕ ਤਾਂ ਨਹੀਂ। ਜੋ ਇੱਕ ਵਾਰ ਤੁਸੀਂ ਉਹਨੂੰ ਦੁਬਾਰਾ ਪੜੋਗੇ, ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਇਹ ਮਿਸਟੇਕਸ ਹੈਗੀਆਂ ਨੇ, ਤੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ, ਸੰਪਾਦਨ ਮਤਲਬ ਐਡੀਟਿੰਗ, ਇਹ ਕੰਮ ਕਰੋਗੇ ਚੌਥੇ ਤੇ। ਸੋ ਆਪਸ਼ਨ ਨੰਬਰ 4 ਕੀ ਹੈ, BDCA। ਪਹਿਲਾਂ ਕਰੋਗੇ ਬ੍ਰੇਨਸਟਾਰਮਿੰਗ, ਉਸ ਤੋਂ ਬਾਅਦ ਕੀ ਕਰੋਗੇ, ਉਸ ਤੋਂ ਬਾਅਦ ਕਰੋਗੇ ਡਰਾਫਟਿੰਗ, ਡਰਾਫਟਿੰਗ ਤੋਂ ਬਾਅਦ ਕਰੋਗੇ ਦੁਹਰਾਉਣਾ, ਦੁਹਰਾਉਣਾ ਤੋਂ ਬਾਅਦ ਕੀ ਕਰੋਗੇ, ਸੰਪਾਦਨ ਮਤਲਬ ਐਡੀਟਿੰਗ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇਹਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ 4। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਭਾਸ਼ਾ ਦਾ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਪੋਰਟਫੋਲੀਓ ਵਿੱਚ 5 ਬਿਹਤਰੀਨ ਚੀਜ਼ਾਂ ਰੱਖ ਕੇ ਬਾਕੀ ਦੀਆਂ ਹਟਾਉਣ ਲਈ ਆਖਦਾ ਹੈ। ਠੀਕ ਹੈ ਨਾ, ਇਸ ਉਪਰੰਤ ਉਹ ਉਹਨਾਂ ਨੂੰ ਆਪਣੀ 5 ਚੀਜ਼ਾਂ ਦੀ ਜਿਹੜੀ ਚੋਣ ਹੈ ਉਹਨੂੰ ਸਪਸ਼ਟ ਕਰਨ ਲਈ ਆਖਦਾ ਹੈ। ਇਸ ਸਪਸ਼ਟੀਕਰਨ ਨੂੰ ਤੁਸੀਂ ਕੀ ਕਹੋਗੇ? ਠੀਕ ਹੈ ਨਾ, ਇੱਕ ਜਿਹੜਾ ਲੈਂਗੁਏਜ ਦਾ ਅਧਿਆਪਕ ਹੈ ਉਹ ਕੀ ਕਰ ਰਿਹਾ ਵੀ ਵਿਦਿਆਰਥੀਆਂ ਨੂੰ ਕਹਿ ਰਿਹਾ ਕਿ ਜਿਹੜੇ ਆਪ ਦਾ ਜਿਹੜਾ ਪੋਰਟਫੋਲੀਓ ਹੈ ਨਾ, ਇਹਦੇ ਵਿੱਚ ਤੁਸੀਂ ਜਿਹੜੀਆਂ 5 ਸਾਰਿਆਂ ਨਾਲੋਂ ਜਿਹੜੀਆਂ ਤੁਹਾਨੂੰ ਚੀਜ਼ਾਂ ਵਧੀਆ ਲੱਗਦੀਆਂ ਨਾ, ਤੁਸੀਂ ਉਹ ਕੀ ਕਰੋ ਵੀ ਇਹਨਾਂ ਦੀ ਹਟਾਉਣ ਲਈ ਆਖਦਾ ਹੈ। ਠੀਕ ਹੈ ਨਾ, ਵੀ 5 ਬਿਹਤਰੀਨ ਚੀਜ਼ਾਂ ਰੱਖ ਕੇ ਬਾਕੀ ਦੀਆਂ ਤੁਸੀਂ ਹਟਾ ਦਿਓ। ਠੀਕ ਹੈ ਨਾ, ਇਸ ਤੋਂ ਬਾਅਦ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਦੱਸੋ ਵੀ ਜਿਹੜੀ ਤੁਸੀਂ 5 ਚੀਜ਼ਾਂ ਦੀ ਜਿਹੜੀ ਚੋਣ ਕੀਤੀ ਹੈ ਵੀ ਤੁਸੀਂ ਇਹਨੂੰ ਸਪਸ਼ਟ ਕਰੋ।
ठीक है ना भी मतलब कि तुसी क्यों कीती है इन्हां दी। सो ये जिहड़ा बच्चे स्पष्टीकरण करनगे वो की होएगा कि ये सहपाठी मूल्यांकन होएगा या फिर स्वयं मूल्यांकन होएगा या फिर अध्यापक का मूल्यांकन होएगा या फिर संकलन का मूल्यांकन होएगा। सो इत्थे जे मैं गल करां सहपाठी मूल्यांकन किवें होएगा क्योंकि बच्चे तो खुद ही कर रहे हैं ना। सो ऑप्शन नंबर ए तो गलत है। ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈ ਉਹ ਕੀ ਹੋਏਗਾ ਅਧਿਆਪਕ ਦਾ ਮੁਲਾਂਕਣ ਕਰ ਹੀ ਨਹੀਂ ਰਿਹਾ। ਸੋ ਇਹ ਗਲਤ, ਇਹਦਾ ਜਵਾਬ ਇਹ ਤਾਂ ਗਲਤ ਹੋ ਗਿਆ। ਜੇਕਰ ਆਪਾਂ ਗੱਲ ਕਰੀਏ ਕਿ ਇੱਥੇ ਬੱਚੇ ਖੁਦ ਕੰਮ ਕਰ ਰਹੇ ਆ ਨਾ, ਖੁਦ ਨੂੰ ਕੀ ਕਹਿੰਦੇ ਆ ਸਵੈ, ਸੈਲਫ ਮੁਲਾਂਕਣ ਹੋ ਗਿਆ। ਸੋ ਆਪਸ਼ਨ ਨੰਬਰ ਜਿਹੜਾ 2 ਹੈ ਨਾ ਇਹ ਤੁਹਾਡਾ ਸਹੀ ਜਵਾਬ ਹੋਏਗਾ। ਕੀ ਹੋਏਗਾ ਜੀ ਆਪਸ਼ਨ ਨੰबर 2 ਇਜ਼ ਦਾ ਰਾਈਟ ਆਨਸਰ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਸੈਕੰਡ ਲਾਸਟ ਪ੍ਰਸ਼ਨ ਤੇ। ਸੈਕੰਡ ਲਾਸਟ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਰੋਤ ਪ੍ਰਾਇਮਰੀ ਪੱਧਰ ਤੇ ਭਾਸ਼ਾ ਸਿੱਖਣ ਲਈ ਸਭ ਤੋਂ ਵੱਧ महत्वपूर्ण है। ठीक है ना, हेठ लिखिया विचों किहड़ा जिहड़ा स्रोत है प्राइमरी पद्धर ते, प्राइमरी लैवल ते मान लो है ना भी बच्चों नूं आपां भाषा सिखाउणी है, तुसीं बच्चों नूं मतलब कि सारे नालों इंपॉर्टेंट किहड़ी चीज़ है, बाल साहित्य, अखबार, कंप्यूटर या फिर रैलियां। रैलियां दी कोई तुक नहीं बन रही, ये ऑप्शन गलत हो गई जी। आपां की कर रहे हैं प्राइमरी स्रोत प्रोवाइड करवा रहे हैं बच्चों नूं भाषा सीखण लई। इहदे विच कंप्यूटर का भी कोई काम है नहीं। तुसीं कोई बच्चा वेखिया जिहड़ा कंप्यूटर की वरतों नाल भाषा सीखे या फिर अखबार या फिर बाल साहित्य। इत्थे तुसीं थोड़ा बहुत कन्फ्यूज हो सकते हो बट कन्फ्यूज होने की भी कोई बहुती लोड़ है नहीं क्योंकि हुणे आपां कुछ चिर पहले एक प्रश्न डिस्कस किया सीगा कि आपां मेनली बच्चों की करते हैं भी बाल साहित्य प्रोवाइड करवाते हैं। क्यों? क्योंकि उहदे नाल जिहड़ा बच्चे का जिहड़ा इंटरस्ट है वो की होएगा वो इनक्रीज होएगा। ठीक है ना। सो इत्थे जिहड़ा सही जवाब है छोटे बच्चे तो वैसे भी अखबार पढ़ते, तुसीं वेखिया कदे छोटे बच्चों नूं प्राइमरी पद्धर की गल की जा रही है। ठीक है ना। सो इत्थे बाल साहित्य है ना जिहड़ा, ठीक है ना, चाइल्ड लिटरेचर है, तुसीं वो प्रोवाइड कराओगे। सो ये सारे नालों वध महत्वपूर्ण है। ये अज दा अपना सैकंड लास्ट प्रश्न सीगा। सो चलते हैं अज दे अपने लास्ट प्रश्न ते। लास्ट प्रश्न है जी हेठ लिखियां विचों किहड़ा अभ्यास विद्यार्थियों विच जुबानी कौशलां नूं वधाउण विच सब तो वध महत्वपूर्ण है। ठीक है ना। हेठ लिखिया विचों किहड़ा अभ्यास भी किहड़ी जिहड़ी एक्सरसाइज है, टास्क है जिहड़ा कि स्टूडेंट्स लई, प्यूपल्स लई जुबानी कौशलां दी ओरल जिहड़े स्किल्स हुंदे ने उहनां नूं वधाउण लई सब तो घट महत्वपूर्ण है। मतलब यह कि इत्थे 3 ऑप्शन इहो जिहे होणगे जिहड़े कि वध महत्वपूर्ण होणगे, सिर्फ एक ऑप्शन ही जिहड़ी है वो घट महत्वपूर्ण होएगी। एक वस्तु का वर्णन करना, उन्हां दे अपने शब्दां विच कहानी सुणाउणी या फिर अध्यापक दे पिछे पिछे कहानी दोहराउणी या फिर एक घटना का वर्णन। घटना का वर्णन मतलब कि बच्चा खुद एक्सप्रैस करेगा। सो ये ऑप्शन सही है किहदे हिसाब नाल जे घट ना लग्या हुंदा, मतलब कि यह महत्वपूर्ण है। उन्होंने आपदे शब्दों में कहानी सुनानी यह भी महत्वपूर्ण है जी। एक वस्तु का वर्णन करना यह भी महत्वपूर्ण है। बट जेकर आप वेखिए भी किहड़ा अभ्यास विद्यार्थियों को जुबानी कौशलों को वधाउण लई सब तो घट महत्वपूर्ण किहड़ा है, अध्यापक के पिछे पिछे कहानी दोहराउणी। ठीक है ना। अध्यापक के पिछे पिछे जो बच्चा कहानी दोहराएगा मतलब ये बहुता इंपॉर्टेंट है नहींगा। ठीक है ना। ये घट महत्वपूर्ण है, यदी गल है इत्थे कीती जा रही है। सो इत्थे जिहड़ा तुहाडा सही जवाब की है जी, इत्थे तुहाडा सही जवाब है ऑप्शन नंबर 3। मतलब कि एक घट महत्वपूर्ण है, मतलब बाकी के जिहड़े 3 ऑप्शन है ना ये तुहाडे की हो जाणगे, ये मतलब कि उस हिसाब नाल भी ये जुबानी कौशलां नूं वधाउण लई ये सारे नालों वध महत्वपूर्ण हैगे आ। चलदे आ जी, मैनूं लगदा अज दे अपने ये अज दा अपना लास्ट प्रश्न सी। उम्मीद करदा तुसीं सैशन नूं इंजॉय कीता होऊगा। तुहाडे अज 15 दे विचों किन्ने नंबर बने ने तुसीं ये कमेंट करके जरूर दस्सिओ। ਤੇ ਦੋਸਤੋ ਕੱਲ ਮੈਨੂੰ ਇੱਕ ਸਟੂਡੈਂਟ ਨੇ ਇਹ ਗੱਲ ਕਹੀ ਸੀ ਕਿ ਸਰ ਤੁਸੀਂ ਲਾਈਵ ਕਲਾਸਿਸ ਅਟੈਂਡ ਕਰਿਆ ਕਰੋ, ਪ੍ਰੀ ਰਿਕਾਰਡਡ ਕਲਾਸਿਸ ਮਤਲਬ ਕਿ ਹੈ ਨਾ ਵੀ ਇਹਨੂੰ ਅਵੋਇਡ ਕੀਤਾ ਜਾ ਸਕਦਾ। ਬਟ ਸਟੂਡੈਂਟਸ ਮੇਰੀ ਵੀ ਕੁਝ ਪ੍ਰੋਬਲਮਸ ਹੈਗੀਆਂ। ਮੇਰੀ ਜਿਹੜੀ ਪੋਸਟਿੰਗ ਹੋਈ ਆ ਉਹ ਵਿਲੇਜ ਦੇ ਵਿੱਚ ਹੋਈ ਆ, ਉੱਥੇ ਮੈਂ ਵਾਈਫਾਈ ਲਵਾ ਨਹੀਂ ਸਕਦਾ ਕਿਉਂਕਿ ਉੱਥੇ ਵਾਈਫਾਈ ਦੀ ਜਿਹੜੀ ਫੈਸਿਲਿਟੀ ਹੈ ਉਹ ਉਹਨਾਂ ਵੱਲੋਂ ਸਰਵਿਸ ਪ੍ਰੋਵਾਈਡਰ ਵੱਲੋਂ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਜਿਹੜਾ ਫੋਨ ਦਾ ਡਾਟਾ ਹੁੰਦਾ ਮੈਂ ਉਹਦੀ ਵਰਤੋਂ ਕਰਕੇ ਹੀ ਤੁਹਾਡੇ ਲਈ ਇਹ ਜਿਹੜੀਆਂ ਕਲਾਸਿਸ ਨੇ ਇਹ ਮੈਂ ਪਹਿਲਾਂ ਹੀ ਰਿਕਾਰਡ ਕਰਕੇ ਇਹ ਤੁਹਾਨੂੰ ਮੈਂ ਪ੍ਰੋਵਾਈਡ ਕਰਾਉਣਾ। ਸੋ ਕਈ ਵਾਰ ਮੈਨੂੰ ਵੀ ਬਹੁਤ ਸਾਰੇ ਕੰਮ ਹੁੰਦੇ ਆ ਸਕੂਲ ਦੇ ਵਿੱਚ, ਸੋ ਇਸ ਕਰਕੇ ਜਿਹੜਾ ਤੁਹਾਡਾ ਸੈਸ਼ਨ ਹੈ ਉਹ ਮੈਂ ਉਹਦੇ ਵਿੱਚ ਵੀ ਕਈ ਵਾਰ ਡਿਲੇ ਹੋ ਜਾਂਦਾ। ਸੋ ਉਮੀਦ ਕਰਦਾ ਤੁਸੀਂ ਥੋੜਾ ਬਹੁਤਾ ਚਲੋ ਕੰਪਰੋਮਾਈਜ਼ ਕਰ ਹੀ ਸਕਦੇ ਹੋ। ਠੀਕ ਹੈ ਨਾ। ਬਾਕੀ ਜਿੰਨਾ ਮੇਰੇ ਵੱਲੋਂ ਬੈਸਟ ਹੋਊਗਾ ਮੈਂ ਤੁਹਾਨੂੰ ਪ੍ਰੋਵਾਈਡ ਕਰਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਮੈਂ ਕਰਦਾ ਰਹੂੰਗਾ। ਤੁਹਾਨੂੰ ਮਤਲਬ ਕਿ ਤੁਹਾਡੀ ਜਿੰਨੀ ਹੈਲਪ ਹੋਏਗੀ ਮਤਲਬ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਦਾ ਤੁਹਾਨੂੰ ਬੈਸਟ ਦਵਾਂ। ਸੋ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਸੀ। ਸੈਸ਼ਨ ਦੇ ਲਾਸਟ ਤੇ ਤੁਸੀਂ ਕਮੈਂਟ ਕਰਕੇ ਜਰੂਰ ਜਾਇਓ ਕਿ ਤੁਹਾਡੇ ਇੱਥੇ 15 ਦੇ ਵਿੱਚੋਂ ਕਿੰਨੇ ਨੰਬਰ ਬਣੇ ਨੇ। ਸੈਸ਼ਨ ਕਿਹੋ ਜਿਹਾ ਲੱਗਾ ਫੀਡਬੈਕ ਜਰੂਰ ਦਿਓ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ। ਜੇਕਰ ਵੀਡੀਓ ਇਨਫੋਰਮੇਟਿਵ ਤੇ ਇੰਟਰਸਟਿੰਗ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਕੇ ਜਿਹੜਾ ਮੇਰਾ ਮੋਟੀਵੇਸ਼ਨ ਲੈਵਲ ਹੈ ਉਹ ਜਰੂਰ ਵਧਾਇਓ। ਸੋ ਇਸ ਦੇ ਨਾਲ ਹੀ ਅੱਜ ਦੀ ਜਿਹੜਾ ਸੈਸ਼ਨ ਹੈ ਇਹਨੂੰ ਆਪਾਂ ਕਰਦੇ ਹਾਂ ਖਤਮ। ਇਸੇ ਤਰ੍ਹਾਂ ਹੀ ਜਿਹੜੀਆਂ ਵੀਡੀਓਜ਼ ਨੇ ਉਹ ਤੁਸੀਂ ਵੇਖਦੇ ਰਿਹਾ ਕਰੋ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।